हेलो। 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 हेलो, सत श्री अकाल सर। सत श्री अकाल मैडम। हाँ जी, डॉक्यूमेंट। आवाज आ रही है अज? हाँ जी ओके जी जमा। ठीक है, फिर मैं डॉक्यूमेंट कर दी शेयर, वो भी देखना। बिल्कुल जी बिल्कुल। ठीक है सर। ओके मैडम। ठीक है सर, एक मिनट मैं चेक कर ला माड़ा जा। कोई नहीं कर लो मैडम। ओके। ठीक है सर।
ਵੇਟਿੰਗ ਰੂਮ ਡਿਸੇਬਲ ਕਰ ਰਹੇ ਮੈਡਮ। हाँ जी ठीक है सर। 1 ਮਿੰਟ ਬਾਅਦ ਸਟਾਰਟ ਕਰ ਲਿਓ। ठीक है। ਹੈਲੋ हाँ जी ठीक है सर। ਹੈਲੋ हेलो। ਵੇਟਿੰਗ ਰੂਮ ਡਿਸੇਬਲ ਕਰ ਰਹੇ ਮੈਡਮ। हाँ जी ठीक है सर। सर शुरू करा? ਹਾਂਜੀ ਮੈਡਮ। ठीक है सर, थैंक यू। सत श्री अकाल सारिਆਂ ਨੂੰ, मैं दलजीत कौर ITI वूमेन रोपड़ तो सरफेस ऑर्नामेंटेशन ਦੀ इंस्ट्रक्टर। मेरा ਅੱਜ ਦਾ जो टॉपिक हैगा ਤੁਹਾਡੇ ਲਈ ਉਹ हैगा बेसिक हैंड स्टिचेस जो ਅਸੀਂ एम्ब्रॉयडरी ਦੇ ਵਿੱਚ यूज ਕਰਦੇ ਹਾਂ। एम्ब्रॉयडरी ਦੇ बेसिक स्टिचेस, ठीक है। ਹੁਣ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗੀ ਕਿ ਮੈਂ ITI ਰੋਪੜ ਵਿੱਚ ਜੋ ਇੰਸਟ੍ਰਕਟਰ ਲੱਗੀ ਹੋਈ ਆ। ਸਾਡੇ ਇੱਥੇ ਜੋ ਕੋਰਸਿਸ ਚੱਲਦੇ ਨੇ ਉਹਨੇ ਸਵਿੰਗ ਟੈਕਨੋਲੋਜੀ, ਸਰਫੇਸ ऑर्नामेंटेशन, ਕੋਪਾ ਔਰ ਬੇਸਿਕ ਕਾਸਮੈਟੋਲੋਜੀ, 4 ਕੋਰਸਿਸ ਇੱਥੇ ਚੱਲਦੇ ਨੇ। ਅਗਰ ਕਿਸੇ ਬੱਚੇ ਨੇ ਕੋਈ ਇਨਕੁਆਇਰੀ ਲੈਣੀ ਹੋਵੇ ਜਾਂ ਕਿਸੇ ਦਾਖਲੇ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਕੁਝ ਵੀ ਪੁੱਛਣਾ ਹੋਵੇ ਤਾਂ ਉਹ ਪ੍ਰਿੰਸੀਪਲ ਮੈਮ ਦਾ ਜੋ ਸਕਰੀਨ ਤੇ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਉਸ ਤੇ ਆਪਣੀ ਜਾਣਕਾਰੀ ਜੋ ਹੈ ਲੈ ਸਕਦਾ ਹੈ। ਜਿਵੇਂ ਕਿ ਹੁਣ ਅਸੀਂ ਅੱਜ ਦੇ ਦੌਰ ਵਿੱਚ ਲੰਘ ਰਹੇ ਹਾਂ, ਠੀਕ ਹੈ। ਅੱਜ ਦਾ ਦੌਰ ਕਿੰਨਾ ਖਰਾਬ ਚੱਲ ਰਿਹਾ ਹੈ ਨਾ। ਆਪਾਂ ਸਾਰੇ ਜਣੇ ਘਰਾਂ ਵਿੱਚ, ਪਹਿਲਾਂ ਤਾਂ ਲੋਕਡਾਊਨ ਰਹੇ, ਚਲੋ ਹੁਣ ਲੋਕਡਾਊਨ ਖੁੱਲ ਗਿਆ, ਬਟ ਕੀ ਹੈ ਲੋਕਡਾਊਨ ਖੁੱਲਣ ਦੇ ਨਾਲ ਸਾਡੀ ਜੋ ਪ੍ਰੀਕਾਸ਼ਨਸ ਆ ਉਹ ਵੱਧ ਗਈਆਂ ਨੇ, ਹੈਨਾ। ਕਿਉਂਕਿ ਲੋਕਡਾਊਨ ਤਾਂ ਖੁੱਲ ਗਿਆ ਬਟ ਸਾਡੀ ਪ੍ਰੀਕਾਸ਼ਨਸ ਵੱਧ ਗਈਆਂ ਨੇ। ਸਾਨੂੰ ਹੁਣ ਆਪਣਾ ਵੱਧ ਧਿਆਨ ਰੱਖਣਾ ਪੈਣਾ ਹੈ। ਕੀ ਕਰਨਾ, ਅਸੀਂ ਘਰ ਵਿੱਚ ਹੀ ਰਹਿਣਾ, ਘਰ ਤੋਂ ਬਾਹਰ ਨਹੀਂ ਜਾਣਾ, ਬਿਨਾਂ ਕੰਮ ਦੇ ਘਰ ਤੋਂ ਬਾਹਰ ਨਹੀਂ ਨਿਕਲਣਾ। ਅਗਰ ਨਿਕਲਣਾ ਪੈ ਗਿਆ ਤਾਂ ਅਸੀਂ ਮਾਸਕ ਲਗਾਉਣਾ ਹੈ, ਠੀਕ ਹੈ। ਮਾਸਕ ਲਗਾਉਣਾ ਔਰ ਦੂਰੀ ਮੇਨਟੇਨ ਕਰਕੇ ਰੱਖਣੀ ਹੈ, ਕਿਸੇ ਦੇ ਨਾਲ ਸ਼ੇਕ ਹੈਂਡ ਨਹੀਂ ਕਰਨੀ, ਠੀਕ ਹੈ। ਹੱਥਾਂ ਨੂੰ ਬਾਰ-ਬਾਰ ਧੋਣਾ ਹੈ और अपनी खंग ਨੂੰ ਹਮੇਸ਼ਾ ਢੱਕ ਕੇ ਰੱਖਣਾ, ਯਾਨੀ ਕਿ ਓਪਨਲੀ ਖੰਗਣਾ ਨਹੀਂ ਹੈ। ਔਰ ਜੋ ਬੰਦਾ ਓਪਨਲੀ ਖੰਗ ਰਿਹਾ ਉਹਨੂੰ ਵੀ ਅਸੀਂ ਅਲਰਟ ਕਰਨਾ ਹੈ ਕਿ ਤੁਸੀਂ ਕੀ ਹੈ ਓਪਨਲੀ ਖੰਗ ਰਹੇ ਹੋ, ਇਹਨੂੰ ਥੋੜਾ ਢੱਕੋ, ਠੀਕ ਹੈ। ਹੁਣ ਜਿਵੇਂ ਕਿ ਮਿਸ਼ਨ ਫਤਿਹ ਚੱਲ ਰਹੀ ਹੈ ਆਪਣੇ ਪੰਜਾਬ ਦੇ ਵਿੱਚ, ਜਿਹਦੇ ਉੱਪਰ ਸਭ ਦਾ ਬਹੁਤ ਜ਼ੋਰ ਲੱਗ ਰਿਹਾ ਹੈ ਨਾ। ਮਿਸ਼ਨ ਫਤਿਹ ਦੇ ਤਹਿਤ ਕੀ ਹੈ, ਸਾਰੇ ਜਣੇ ਮੋਬਾਈਲ ਦੇ ਉੱਪਰ ਇੱਕ ਐਪ ਡਾਊਨਲੋਡ ਕਰ ਰਹੇ ਹੈ, ਕੋਵਾ ਐਪ, ਠੀਕ ਹੈ। ਤੁਸੀਂ ਸਭ ਨੇ ਆਪਣੇ ਫੋਨਾਂ ਦੇ ਵਿੱਚ ਤਾਂ ਡਾਊਨਲੋਡ ਕਰਨਾ ਹੀ ਕਰਨਾ ਹੈ ਕੋਵਾ ਐਪ। ਆਪਣੇ ਆਸ ਪੜੋਸ ਦੇ 5-5 ਘਰ ਲੈ ਲਓ, ਉੱਥੇ ਵੀ ਜੋ ਹੈ ਕੋਵਾ ਐਪ ਡਾਊਨਲੋਡ ਕਰਵਾਉਣਾ ਹੈ। ਕਿਉਂ? ਕਿਉਂਕਿ ਇਹਦੇ ਨਾਲ ਕੀ ਹੈ ਸਾਨੂੰ ਕੋਵਿਡ ਦੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਜੋ ਕੋਵਿਡ ਦੀ ਲੇਟੈਸਟ ਇਨਫੋਰਮੇਸ਼ਨ ਨਾ ਸਾਨੂੰ ਕੋਵਾ ਐਪ ਦੇ ਜ਼ਰੀਏ ਸਾਨੂੰ ਸਾਰੀ ਮਿਲਦੀ ਰਹਿੰਦੀ ਆ। ਹੁਣ ਕੋਵਿਡ ਜਿਹੜੀ 19 ਹੈ ਇਹਦੇ ਕੀ ਲੱਛਣ ਹੁੰਦੇ ਆ? ਬੁਖਾਰ, ਖਾਂਸੀ, ਥਕਾਵਟ, ਸਾਹ ਲੈਣ ਦੀ ਪ੍ਰੋਬਲਮ ਹੁੰਦੀ ਹੈ, ਸਾਹ ਨਹੀਂ ਆਉਂਦਾ। ਇਹ ਜਿਹੜੇ ਲੱਛਣ ਅਗਰ ਸਾਨੂੰ ਦਿਖਣ ਤਾਂ ਸਾਨੂੰ ਕੀ ਹੈ ਹੈਲਪਲਾਈਨ ਨੰਬਰ 104 ਦੇ ਉੱਪਰ ਕੰਟੈਕਟ ਕਰਨਾ ਚਾਹੀਦਾ ਹੈ, ਠੀਕ ਹੈ। ਔਰ ਆਪਣੇ ਆਪ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ।
ਹੁਣ ਗੱਲ ਕਰਾਂਗੇ ਹੱਥ ਕਢਾਈ ਦੇ ਬੇਸਿਕ ਟਾਂਕੇ ਜੋ ਅਸੀਂ ਬੇਸਿਕ ਟਾਂਕੇ ਹੱਥ ਕਢਾਈ ਵਿੱਚ ਯੂਜ਼ ਕਰਦੇ ਆ ਠੀਕ ਹੈ ਕਿਹੜੇ ਹੁੰਦੇ ਆ ਬੇਸਿਕ ਟਾਂਕੇ ਜੋ ਆਪਾਂ ਹੱਥ ਕਢਾਈ ਦੇ ਵਿੱਚ ਯੂਜ਼ ਕਰਦੇ ਆ ਹੁਣ ਆਪਾਂ ਸਾਰੇ ਜਣੇ ਕਢਾਈ ਬਾਰੇ ਟਾਂਕੇ ਟੂੰਕੇ ਇਹ ਸਭ ਕੁਝ ਸਭ ਇਨਫੋਰਮੇਸ਼ਨ ਲੈ ਰਹੇ ਆ ਹੈ ਨਾ ਪਰ ਕਿਸੇ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਐਮਬਰਾਇਡਰੀ ਡੇ ਆ ਵਰਲਡ ਐਮਬਰਾਇਡਰੀ ਡੇ ਕਿਸ ਦਿਨ ਮਨਾਇਆ ਜਾਂਦਾ ਵਰਲਡ ਐਮਬਰਾਇਡਰੀ ਡੇ ਕਿਹੜੇ ਦਿਨ ਹੁੰਦਾ ਹੈ ਜਿਸ ਦਿਨ ਆਪਾਂ ਐਮਬਰਾਇਡਰੀ ਡੇ ਮਨਾਉਂਦੇ ਆ ਕਿਸੇ ਨੂੰ ਸ਼ਾਇਦ ਨਹੀਂ ਪਤਾ ਹੋਣਾ ਬਹੁਤ ਥੋੜੇ ਜਣਿਆਂ ਨੂੰ ਪਤਾ ਹੋਣਾ ਤਾਂ ਆਪਾਂ ਵਰਲਡ ਐਮਬਰਾਇਡਰੀ ਡੇ ਮਨਾਉਂਦੇ ਆ 30 ਜੁਲਾਈ ਨੂੰ 30 ਜੁਲਾਈ ਨੂੰ ਵਰਲਡ ਐਮਬਰਾਇਡਰੀ ਡੇ ਮਨਾਇਆ ਜਾਂਦਾ ਹੈ ਕਿਉਂਕਿ ਤੁਸੀਂ ਐਮਬਰਾਇਡਰੀ ਦੇ ਸਟੂਡੈਂਟ ਹੋ ਤੁਹਾਨੂੰ ਇਹਦੀ ਹਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਕੀ ਹੈ ਐਮਬਰਾਇਡਰੀ ਦੇ ਵਿੱਚ ਔਰ ਕਿਆ ਹੁੰਦਾ ਹੈ ਕਿਹੜੇ ਟਾਂਕੇ ਹੁੰਦੇ ਆ ਹੈ ਨਾ ਹਰ ਇਨਫੋਰਮੇਸ਼ਨ ਹੁਣ ਵਰਲਡ ਐਮਬਰਾਇਡਰੀ ਡੇ ਕਦੋਂ ਮਨਾਇਆ ਜਾਂਦਾ ਹੈ 30 ਜੁਲਾਈ ਨੂੰ ਠੀਕ ਹੈ ਇਹ ਯਾਦ ਰੱਖਣਾ ਸਭ ਨੇ ਹੁਣ ਨੈਕਸਟ ਆਪਣਾ ਆਂਦਾ ਹੈ ਕਿ ਕਢਾਈ ਲਈ ਜਦੋਂ ਆਪਾਂ ਕਢਾਈ ਬੇਸਿਕ ਕਢਾਈ ਕਰਦੇ ਆ ਤਾਂ ਸਾਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਸਾਨੂੰ ਚਾਹੀਦੇ ਹੁੰਦੇ ਕਢਾਈ ਦੇ ਧਾਗੇ ਉਹ ਕੁਝ ਵੀ ਹੋ ਸਕਦੇ ਆ ਐਂਕਰ ਦੀਆਂ ਗੁੱਛੀਆਂ ਹੋ ਸਕਦੀਆਂ ਪੱਟ ਦੇ ਧਾਗੇ ਹੋ ਸਕਦੇ ਜਿਨ੍ਹਾਂ ਨਾਲ ਅਸੀਂ ਕੀ ਕਰਦੇ ਆ ਫੁਲਕਾਰੀ ਵਰਕ ਕਰਦੇ ਆ ਡੋਰੀ ਹੋ ਸਕਦੀ ਹੈ ਠੀਕ ਹੈ ਕੁਝ ਵੀ ਪਰਲ ਦੇ ਥ੍ਰੈਡ ਹੋ ਸਕਦੇ ਆ ਫਰੇਮ ਹੋ ਸਕਦੇ ਆ ਇਹਦੇ ਸਾਈਜ਼ਸ ਆਉਂਦੇ ਆ ਅਲੱਗ-ਅਲੱਗ ਜੋ ਫਰੇਮ ਹੈ ਉਹ ਕਢਾਈ ਵਾਸਤੇ ਵਰਤੇ ਜਾਂਦੇ ਨੇ ਪਰ ਜਦੋਂ ਆਰੀ ਵਰਕ ਕਰਨਾ ਹੋਵੇ ਉਹਦੇ ਲਈ ਅਲੱਗ ਟਾਈਪ ਦਾ ਫਰੇਮ ਲੱਗਦਾ ਹੈ ਸਟ੍ਰੈਚਡ ਫਰੇਮ ਜਿਹਨੂੰ ਬੋਲਦੇ ਆ ਫਿਰ ਸੂਈਆਂ ਕੱਪੜੇ ਦੇ ਅਕੋਰਡਿੰਗ ਔਰ ਕਢਾਈ ਦੇ ਅਕੋਰਡਿੰਗ ਸੂਈਆਂ ਵੀ ਅਲੱਗ-ਅਲੱਗ ਲੱਗਦੀਆਂ ਨੇ ਠੀਕ ਹੈ ਅਗਰ ਆਪਾਂ ਡਰਾਨ ਥ੍ਰੈਡ ਵਰਕ ਹਾਰਡ ਐਂਗਰ ਕਰ ਰਹੇ ਆ ਤਾਂ ਉਹਦੇ ਵਾਸਤੇ ਸਾਨੂੰ ਟੈਪੈਸਟਰੀ ਨੀਡਲ ਚਾਹੀਦੀ ਹੈ ਅਗਰ ਅਸੀਂ ਕੱਪੜੇ ਉੱਪਰ ਬੇਸਿਕ ਸਟਿਚਸ ਕਰ ਰਹੇ ਆ ਤਾਂ ਆਪਾਂ ਨੂੰ ਕੀ ਚਾਹੀਦੀ ਹੈ ਸ਼ਾਰਪ ਨੀਡਲ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ ਸਾਨੂੰ ਕੀ ਚਾਹੀਦਾ ਕੱਪੜਾ ਜਿਹਦੇ ਉੱਪਰ ਅਸੀਂ ਕੀ ਹੈ ਐਮਬਰਾਇਡਰੀ ਕਰਨੀ ਆ ਔਰ ਕੱਪੜਾ ਜੋ ਆ ਉਹ ਅਕੋਰਡਿੰਗ ਟੂ ਐਮਬਰਾਇਡਰੀ ਸਟਿਚਸ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਅਗਰ ਸ਼ੈਡੋ ਵਰਕ ਕਰਨੀ ਹੈ ਤਾਂ ਆਪਾਂ ਕੋਈ ਕਾਟਨ ਦਾ ਕੱਪੜਾ ਨਹੀਂ ਯੂਜ਼ ਕਰ ਸਕਦੇ ਕਿਉਂਕਿ ਉਹਦੇ ਵਿੱਚ ਤਾਂ ਸ਼ੈਡੋ ਆਏਗੀ ਨਹੀਂ ਇਸ ਕਰਕੇ ਕੱਪੜਾ ਜੋ ਆ ਅਕੋਰਡਿੰਗ ਟੂ ਐਮਬਰਾਇਡਰੀ ਯੂਜ਼ ਕਰਨਾ ਚਾਹੀਦਾ ਉਸ ਤੋਂ ਬਾਅਦ ਨੈਕਸਟ ਆਂਦਾ ਪਿਨ ਕੁਸ਼ਨ ਹੁਣ ਆਪਾਂ ਨੂੰ ਅਗਰ ਐਮਬਰਾਇਡਰੀ ਟ੍ਰੇਸ ਕਰਨੀ ਹੈ ਤਾਂ ਸਾਨੂੰ ਪਿੰਸ ਚਾਹੀਦੀਆਂ ਹੁੰਦੀਆਂ ਜਿਹਦੇ ਕਰਕੇ ਸਾਨੂੰ ਪਿੰਸ ਰੱਖਣ ਲਈ ਕੀ ਚਾਹੀਦਾ ਪਿਨ ਕੁਸ਼ਨ ਚਾਹੀਦਾ ਕਿ ਟ੍ਰੇਸਿੰਗ ਕਰਨੀ ਹੈ ਤਾਂ ਆਪਾਂ ਪਿੰਸ ਨਾਲ ਟ੍ਰੇਸ ਨੂੰ ਸੈੱਟ ਕਰ ਸਕਦੇ ਆ ਔਰ ਫਿਰ ਉਸ ਤੋਂ ਬਾਅਦ ਕੀ ਹੈ ਉਹ ਜਿਹੜੀਆਂ ਪਿੰਸ ਹੈ ਇੱਧਰ ਉੱਧਰ ਖਿਲਾਰਨ ਦੀ ਬਜਾਏ ਆਪਾਂ ਪਿਨ ਕੁਸ਼ਨ ਦੇ ਵਿੱਚ ਸੈੱਟ ਕਰਕੇ ਰੱਖ ਸਕਦੇ ਆ ਕਢਾਈ ਦਾ ਕੰਮ ਕਰ ਰਹੇ ਆ ਹੱਥ ਦਾ ਬੇਸਿਕ ਸਟਿਚਸ ਦਾ ਕੰਮ ਕਰ ਰਹੇ ਆ ਤਾਂ ਸੂਈ ਨਾ ਚੁੱਭ ਜੇ ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਥਿੰਬਲ ਚਾਹੀਦਾ ਹੈ ਠੀਕ ਹੈ ਅਸੀਂ ਥਿੰਬਲ ਯੂਜ਼ ਕਰਨਾ ਹੈ ਉਂਗਲੀ ਵਿੱਚ ਪਾਉਣ ਵਾਸਤੇ ਉਸ ਤੋਂ ਬਾਅਦ ਕਢਾਈ ਦੇ ਧਾਗੇ ਕੱਟਣੇ ਹੈ ਤਾਂ ਆਪਾਂ ਨੂੰ ਕੀ ਚਾਹੀਦੀ ਹੈ ਕਢਾਈ ਦੀ ਕੈਂਚੀ ਚਾਹੀਦੀ ਹੈ ਠੀਕ ਹੈ ਜਿਹਦੇ ਲਈ ਕੀ ਹੈ ਅਸੀਂ ਐਕਸਟਰਾ ਧਾਗੇ ਹੈ ਜੋ ਉਹ ਕੈਂਚੀ ਨਾਲ ਕੱਟ ਸਕੀਏ ਸੀਮ ਰਿਪਰ ਜਦੋਂ ਸਾਡਾ ਕੋਈ ਸੀਮ ਰਿਪਰ ਉਦੋਂ ਯੂਜ਼ ਹੁੰਦਾ ਹੈ ਜਦੋਂ ਸਾਡਾ ਕੋਈ ਟਾਂਕਾ ਗਲਤ ਹੋ ਜਾਂਦਾ ਹੈ ਤਾਂ ਉਹਨੂੰ ਉਧੇੜਨ ਲਈ ਸੀਮ ਰਿਪਰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ ਕਿਉਂਕਿ ਇਹਦੇ ਅੰਦਰ ਇੱਕ ਤਿੱਖੀ ਜਿਹੀ ਬਲੇਡ ਲੱਗੀ ਹੁੰਦੀ ਹੈ ਜੋ ਟਾਂਕੇ 'ਚ ਫਸਾਉਣ ਦੇ ਨਾਲ ਹੀ ਉਹ ਟਾਂਕੇ ਕੱਟ ਦਿੰਦੀ ਹੈ ਔਰ ਆਪਣੀ ਕਢਾਈ ਜਲਦੀ ਉਧੜ ਜਾਂਦੀ ਹੈ ਹੁਣ ਉਸ ਤੋਂ ਬਾਅਦ ਅਸੀਂ ਜੋ ਹੱਥ ਦੇ ਟਾਂਕੇ ਆ ਉਹਨਾਂ ਨੂੰ ਆਪਾਂ 4 ਹਿੱਸਿਆਂ 'ਚ ਵਰਗੀਕਰਨ ਕਰਦੇ ਆ ਉਹਨਾਂ ਦਾ 4 ਹਿੱਸਿਆਂ ਵਿੱਚ ਵੰਡਦੇ ਆ ਇੱਕ ਹੋ ਜਾਂਦੇ ਸਾਡੇ ਫਲੈਟ ਟਾਂਕੇ ਲੂਪ ਟਾਂਕੇ ਗੰਢ ਟਾਂਕੇ ਕ੍ਰਾਸ ਟਾਂਕੇ ਠੀਕ ਹੈ ਇਹ ਜੋ 4 ਚੀਜ਼ਾਂ ਨੇ ਇਹਨਾਂ ਵਿੱਚ ਆਪਾਂ ਹੱਥ ਦੀ ਬੇਸਿਕ ਐਮਬਰਾਇਡਰੀ ਦੇ ਟਾਂਕਿਆਂ ਨੂੰ ਡਿਵਾਈਡ ਕਰਦੇ ਆ ਇਹਨਾਂ ਕੈਟਾਗਰੀਜ਼ ਦੇ ਵਿੱਚ ਅਸੀਂ ਰੱਖਦੇ ਆ ਸਭ ਤੋਂ ਪਹਿਲਾਂ ਆ ਜਾਂਦੇ ਫਲੈਟ ਸਟਿਚਸ ਹੁਣ ਫਲੈਟ ਸਟਿਚਸ ਕੀ ਹੁੰਦੇ ਆ ਜੋ ਟਾਂਕੇ ਫਲੈਟਲੀ ਯੂਜ਼ ਕੀਤੇ ਜਾਂਦੇ ਨੇ ਹੈ ਨਾ ਸਿੰਪਲ ਸਟਿਚ ਪਾਉਂਦੇ ਹੋਏ ਯੂਜ਼ ਕੀਤੇ ਜਾਂਦੇ ਨੇ ਜੋ ਵੇਰੀਏਸ਼ਨਸ ਇਹਦੇ ਨਾਲ ਕ੍ਰੀਏਟ ਹੁੰਦੀਆਂ ਨੇ ਉਹ ਸਭ ਕੀ ਹੁੰਦੀਆਂ ਨੇ ਫਲੈਟ ਸਟਿਚਸ ਜੋ ਮਤਲਬ ਕਿ ਫਲੈਟ ਟਾਂਕਿਆਂ ਦਾ ਇਸਤੇਮਾਲ ਕਰਦੇ ਹੋਏ ਆਪਾਂ ਟਾਂਕੇ ਪਾਉਂਦੇ ਆ ਉਹ ਸਾਰੇ ਜਿਹੜੇ ਆ ਜਾਂਦੇ ਆ ਕਿਹਦੇ ਅੰਡਰ ਆ ਜਾਂਦੇ ਆ ਉਹ ਆ ਜਾਂਦੇ ਆ ਫਲੈਟ ਸਟਿਚਸ ਦੇ ਅੰਡਰ ਹੁਣ ਫਲੈਟ ਸਟਿਚਸ ਹੈ ਇਹ ਕਢਾਈ ਦੇ ਉਹ ਟਾਂਕੇ ਹਨ ਜਿਨ੍ਹਾਂ ਦਾ ਇੱਕ ਸਮੂਹ ਹੁੰਦਾ ਹੈ ਠੀਕ ਹੈ ਇਹਨਾਂ ਦੇ ਕੀ ਹੈ ਫਲੈਟ ਟਾਂਕੇ ਕੀ ਹੈ ਧਾਗਿਆਂ ਨੂੰ ਕਦੇ ਵੀ ਤੋੜ ਕੇ ਨਹੀਂ ਬਣਾਏ ਜਾਂਦੇ ਮਰੋੜ ਕੇ ਨਹੀਂ ਬਣਾਏ ਜਾਂਦੇ ਠੀਕ ਹੈ ਧਾਗੇ ਨੂੰ ਹਮੇਸ਼ਾ ਸਿੱਧਾ ਰੱਖ ਕੇ ਜੋ ਹੈ ਫਲੈਟ ਟਾਂਕੇ ਬਣਾਏ ਜਾਂਦੇ ਆ ਇਹਨਾਂ ਨੂੰ ਸਿੱਧੇ ਟਾਂਕੇ ਵੀ ਕਿਹਾ ਜਾਂਦਾ ਹੈ ਕਿਉਂਕਿ ਫਲੈਟਲੀ ਆਪਾਂ ਟਾਂਕੇ ਯੂਜ਼ ਕਰ ਰਹੇ ਆ ਤਾਂ ਜਿਸ ਕਰਕੇ ਕੀ ਹੈ ਆਪਾਂ ਇਹਨਾਂ ਨੂੰ ਸਿੱਧੇ ਟਾਂਕੇ ਬੋਲਦੇ ਆ ਇਹ ਟਾਂਕੇ ਸਿੱਧੀਆਂ ਲਾਈਨਾਂ ਜਾਂ ਕਰਵ ਲਾਈਨਾਂ ਦੇ ਉੱਪਰ ਬਣਾਏ ਜਾਂਦੇ ਨੇ ਕਰਵ ਜੋ ਲਾਈਨਸ ਹੁੰਦੀਆਂ ਨੇ ਉਹਨਾਂ ਉੱਪਰ ਵੀ ਇਹ ਸਟੇਟ ਸਟਿਚਸ ਕੀ ਆ ਯੂਜ਼ ਕੀਤੇ ਜਾਂਦੇ ਨੇ ਔਰ ਇਹਨਾਂ ਨੂੰ ਕਈ ਵਾਰ ਕੀ ਹੈ ਭਰਨ ਲਈ ਵੀ ਯੂਜ਼ ਕੀਤਾ ਜਾਂਦਾ ਹੈ ਯਾਨੀ ਕਿ ਸਟੇਟ
स्टिच दी वरतों जो है पढ़ाई वास्ते भरन लई भी किसी पैटर्न नु भरन वास्ते किसी डिजाइन नु भरन लई भी की है स्ट्रेट स्टिच का इस्तेमाल किया जाता है। ਹੁਣ ਸਭ ਤੋਂ ਪਹਿਲਾਂ ਆਂਦਾ ਆਪਣਾ ਸਟੇਟ ਸਟਿਚ ਦੇ ਵਿੱਚ ਫਲੈਟ ਟਾਂਕਾ ਕਿਹੜਾ ਆਂਦਾ ਹੈ ਰਨਿੰਗ ਸਟਿਚ। ਹੁਣ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਰਨਿੰਗ ਸਟਿਚ ਮਤਲਬ ਕਿ ਰਨਿੰਗ ਸਟਿਚ ਦਾ ਜੋ ਫਲੈਟ ਟਾਂਕਾ ਹੈ ਉਹਨੂੰ ਕਢਾਈ ਦੇ ਰੂਪ ਵਿੱਚ ਇਸਤੇਮਾਲ ਕੀਤਾ ਹੋਇਆ। ਵੈਸੇ ਤਾਂ ਰਨਿੰਗ ਸਟਿਚ ਆਪਾਂ ਕੱਚਾ ਟਾਂਕਾ ਕੱਚੇ ਕਰਨ ਵਾਸਤੇ ਯੂਜ਼ ਕਰਦੇ ਆ ਪਰ ਜਦੋਂ ਆਪਾਂ ਉਹਨੂੰ ਕਢਾਈ ਵਿੱਚ ਯੂਜ਼ ਕਰਦੇ ਆ ਤਾਂ ਉਹਦੀਆਂ ਬਹੁਤ ਸਾਰੀਆਂ ਵੇਰੀਏਸ਼ਨਸ ਹੁੰਦੀਆਂ ਨੇ। ਤੁਹਾਡੇ ਕੋ ਪਿਕਚਰ ਦਿਖ ਰਹੀ ਹੈ ਇਹਦੇ ਵਿੱਚ ਰਨਿੰਗ ਸਟਿਚ ਨੂੰ ਕਿੰਨੇ ਸਾਰੀ ਵੇਰੀਏਸ਼ਨ ਦੇ ਵਿੱਚ ਯੂਜ਼ ਕੀਤਾ ਹੋਇਆ ਠੀਕ ਹੈ। ਹੱਥ ਦਾ ਟਾਂਕਾ ਹੈ ਔਰ ਕਿੰਨੀਆਂ ਵੇਰੀਏਸ਼ਨ ਜ਼ਿਗਜ਼ੈਗ ਹੋ ਗਈ ਹੈ ਨਾ ਬਾਕਸ ਦੀ ਤਰ੍ਹਾਂ ਹੋ ਗਿਆ ਸਰਕਲ ਹੋ ਗਿਆ ਐਰੋ ਦੀ ਤਰ੍ਹਾਂ ਹੋ ਗਿਆ ਮਤਲਬ ਕਿ ਰਨਿੰਗ ਸਟਿਚ ਦੀ ਵੇਰੀਏਸ਼ਨਸ ਨੂੰ ਡਿਫਰੈਂਟ ਕਈ ਵੇਰੀਏਸ਼ਨਸ ਦੇ ਵਿੱਚ ਯੂਜ਼ ਕਰ ਦਿੱਤਾ ਹੈ ਨਾ। ਹੁਣ ਨੈਕਸਟ ਆਪਣਾ ਆਂਦਾ ਹੈ ਬਖਿਆ ਟਾਂਕਾ ਯਾਨੀ ਕਿ ਬੈਕ ਸਟਿਚ। ਹੁਣ ਬੈਕ ਸਟਿਚ ਕੀ ਹੈ ਜਿਹੜਾ ਸਾਡਾ ਫਲੈਟ ਸਟਿਚ ਹੈ ਕਿਉਂਕਿ ਇਹ ਫਰੰਟ ਤੋਂ ਬਿਲਕੁਲ ਫਲੈਟ ਟਾਂਕੇ ਹੁੰਦੇ ਨੇ ਦੇਖਣ ਨੂੰ ਕੀ ਹੁੰਦੇ ਨੇ ਫਲੈਟ ਟਾਂਕੇ ਤਾਂ ਅਸੀਂ ਇਹਨਾਂ ਨੂੰ ਕੀ ਕਰਦੇ ਆ ਫਲੈਟ ਸਟਿਚ ਦੇ ਵਿੱਚ ਗਿਣਦੇ ਆ ਬੈਕ ਸਟਿਚ ਨੂੰ। ਹੁਣ ਦੇਖੋ ਤੁਹਾਡੇ ਕੋਲ ਜੋ ਪਿਕਚਰ ਦਿਖ ਰਹੀ ਹੈ ਇਹਦੇ ਚ ਬੈਕ ਸਟਿਚ ਦੀਆਂ ਕਿੰਨੀਆਂ ਵੇਰੀਏਸ਼ਨਸ ਨੇ ਮਤਲਬ ਕਿ ਬੈਕ ਸਟਿਚ ਨੂੰ ਕਿੰਨੇ ਤਰੀਕਿਆਂ ਨਾਲ ਯੂਜ਼ ਕੀਤਾ ਹੋਇਆ ਹੈ। ਇਹ ਕੀ ਹੈ ਦੇਖਣ ਨੂੰ ਕਿਹਦੇ ਵਰਗੀ ਲੱਗਦੀ ਹੈ ਮਸ਼ੀਨੀ ਬਖੀਏ ਵਰਗੀ ਲੱਗਦੀ ਹੈ ਪਰ ਮਸ਼ੀਨੀ ਬਖੀਆ ਨਹੀਂ ਹੁੰਦਾ ਇਹਨੂੰ ਆਪਾਂ ਹੱਥ ਨਾਲ ਕ੍ਰੀਏਟ ਕਰਦੇ ਆ ਠੀਕ ਹੈ ਹੱਥ ਨਾਲ ਟਾਂਕੇ ਲੈਂਦੇ ਆ। ਹੁਣ ਤੁਹਾਡੇ ਕੋਲ ਵੇਰੀਏਸ਼ਨਸ ਦੇਖੋ ਬੈਕ ਸਟਿਚ ਦੀਆਂ ਕਿੰਨੀਆਂ ਦਿਖ ਰਹੀਆਂ ਨੇ ਹੈ ਨਾ ਕਰਵ ਲਾਈਨ ਦੇ ਵਿੱਚ ਪੱਤਿਆਂ ਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਬੈਕ ਸਟਿਚਸ ਦੇ ਤੁਹਾਨੂੰ ਵੇਰੀਏਸ਼ਨਸ ਦਿਖ ਰਹੀਆਂ ਨੇ। ਆਪਾਂ ਬੈਕ ਸਟਿਚ ਕੀ ਹੈ ਹਮੇਸ਼ਾ ਇਹਨੂੰ ਫਲੈਟ ਸਟਿਚ ਦੇ ਵਿੱਚ ਕਾਊਂਟ ਕਰਦੇ ਆ। ਉਸ ਤੋਂ ਬਾਅਦ ਆਂਦਾ ਸਟ੍ਰੇਟ ਸਟਿਚ। ਹੁਣ ਸਟ੍ਰੇਟ ਸਟਿਚ ਦਾ ਮਤਲਬ ਹੀ ਸਟ੍ਰੇਟ ਦਾ ਮਤਲਬ ਸਿੱਧਾ है ना इस करके टांका सानू क्लियरली समझ आ रहा है कि स्ट्रेट स्टिच की हुंदा है स्ट्रेट स्टिच हुंदा है सीधा टांका। देखो तुहाडे कोल फोटो दिख रही है यानी कि स्ट्रेट स्टिच नु किन्ने प्यारे तरीके दे नाल यूज करके की है एक नमूना बनाया एक पैटर्न एक डिजाइन क्रिएट किया होया है ना। यूज तां कीता स्ट्रेट टांका जो देखण नु कुछ भी नहीं हुंदा बट ਜਦੋਂ ਆਪਾਂ ਉਹਨੂੰ ਕਢਾਈ ਦੇ ਵਿੱਚ ਯੂਜ਼ ਕਰਦੇ ਆ ਤਾਂ ਉਹਦੇ ਦੇਖੋ ਕਿੰਨਾ ਵਧੀਆ ਪੈਟਰਨ ਕ੍ਰੀਏਟ ਹੋ ਸਕਦਾ ਜੇ ਆਪਾਂ ਸਿੰਪਲ ਸਟਿਚ ਯੂਜ਼ ਕਰਨੇ ਯਾਨੀ ਸਿੱਧਾ ਟਾਂਕਾ ਕੋਈ ਛੋਟਾ ਲੈ ਲਓ ਕੋਈ ਵੱਡਾ ਲੈ ਲਓ ਕਰਨਾ ਯੂਜ਼ ਸਟ੍ਰੇਟ ਸਟਿਚ ਹੈ ਔਰ ਕੋਈ ਵੀ ਪੈਟਰਨ ਕ੍ਰੀਏਟ ਕਰ ਸਕਦੇ ਆ। ਉਸ ਤੋਂ ਬਾਅਦ ਆਂਦਾ ਸਪਲਿਟ ਸਟਿਚ। ਹੁਣ ਸਪਲਿਟ ਸਟਿਚ ਕੀ ਹੈ ਦੇਖਣ ਨੂੰ ਇਹਦੀ ਲੁੱਕ ਜਿਹੜੀ ਹੁੰਦੀ ਹੈ ਜ਼ੰਜੀਰੀ ਟਾਂਕੇ ਵਰਗੀ ਹੁੰਦੀ ਹੈ ਬਟ ਇਹ ਜ਼ੰਜੀਰੀ ਟਾਂਕਾ ਕਦੇ ਨਹੀਂ ਹੁੰਦਾ ਠੀਕ ਹੈ। ਸਟ੍ਰੇਟ ਸਟਿਚ ਹੁੰਦਾ ਹੈ ਸਿੱਧੀ ਲਾਈਨ ਬੈਕ ਸਟਿਚ ਦੀ ਤਰ੍ਹਾਂ ਪੈਂਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ ਦੋ ਧਾਗੇ ਯੂਜ਼ ਕੀਤੇ ਜਾਂਦੇ ਨੇ ਪਰ ਜਦੋਂ ਬੈਕ ਸਟਿਚ ਪਾਉਣ ਲੱਗਦੇ ਆ ਤਾਂ ਕੀ ਕਰਦੇ ਆ ਉਹ ਜਿਹੜੇ ਦੋ ਧਾਗੇ ਹੁੰਦੇ ਉਹਨਾਂ ਨੂੰ ਏਦਾਂ ਡਿਵਾਈਡ ਕਰਕੇ ਉਹਦੇ ਸੈਂਟਰ ਵਿੱਚ ਕੀ ਹੈ ਟਾਂਕਾ ਲਗਾਇਆ ਜਾਂਦਾ ਹੈ ਜਿਹਦੇ ਨਾਲ ਉਹ ਕੀ ਹੈ ਚੇਨ ਸਟਿਚ ਦੀ ਲੁੱਕ ਦੇਣ ਲੱਗ ਜਾਂਦਾ ਬਟ ਇਹ ਚੇਨ ਸਟਿਚ ਨਹੀਂ ਹੁੰਦਾ ਕਿਉਂਕਿ ਚੇਨ ਸਟਿਚ ਨੂੰ ਸੂਈ ਦੇ ਅੱਗੇ ਘੁਮਾ ਕੇ ਕੀਤਾ ਜਾਂਦਾ ਹੈ। ਇਹਦੇ ਵਿੱਚ ਕੀ ਹੈ ਬੈਕ ਸਟਿਚ ਪਾਇਆ ਜਾਂਦਾ ਬਟ ਦੋ ਧਾਗਿਆਂ ਨੂੰ ਏਦਾਂ ਡਿਵਾਈਡ ਕਰਕੇ ਉਹਦੇ ਵਿੱਚ ਪਾਇਆ ਜਾਂਦਾ ਅੱਧੇ ਟਾਂਕੇ ਇੱਧਰ ਕਰਕੇ ਕੀ ਹੈ ਬੈਕ ਸਟਿਚ ਯੂਜ਼ ਕੀਤਾ ਜਾਂਦਾ ਜਿਹਨੂੰ ਅਸੀਂ ਬੋਲ ਦਿੰਦੇ ਆ ਸਪਲਿਟ ਸਟਿਚ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਡੰਡੀ ਟਾਂਕਾ ਯਾਨੀ ਕਿ ਸਟੈਮ ਸਟਿਚ। ਹੁਣ ਡੰਡੀ ਟਾਂਕਾ ਕੀ ਹੁੰਦਾ ਹੈ ਡੰਡੀ ਟਾਂਕਾ ਡੰਡੀਆਂ ਨੂੰ ਭਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇਹਦੀਆਂ ਕੀ ਹੁੰਦੀਆਂ ਨੇ ਤਿਰਛੀਆਂ ਲਾਈਨਾਂ ਆਉਂਦੀਆਂ ਨੇ ਡੰਡੀ ਟਾਂਕਾ ਤੁਸੀਂ ਤੁਹਾਨੂੰ ਮੈਮ ਨੇ ਸਿਖਾਇਆ ਜਦੋਂ ਬੇਸਿਕ ਕਰਵਾਇਆ ਤਾਂ ਜੋ ਡੰਡੀ ਟਾਂਕਾ ਤਿਰਛੀਆਂ ਲਾਈਨਾਂ ਇਹਨੂੰ ਲਾਈਨਾਂ ਭਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹਦੇ ਕੀ ਹੈ ਇਹਨੂੰ ਆਪਾਂ ਜੋ ਫਲੈਟ ਸਟਿਚ ਦੀ ਰੂਪ ਹੈ ਕਿਉਂਕਿ ਇਹਨੂੰ ਨਾ ਤਾਂ ਧਾਗੇ ਨੂੰ ਮੋੜਿਆ ਜਾਂਦਾ ਨਾ ਗੱਠ ਦਿੱਤਾ ਜਾਂਦਾ ਕੁਝ ਨਹੀਂ ਕੀਤਾ ਜਾਂਦਾ ਸਿੱਧਾ ਟਾਂਕਾ ਹੁੰਦਾ ਹੈ ਬਟ ਉਹਨੂੰ ਪਾਉਣ ਦਾ ਤਰੀਕਾ ਥੋੜਾ ਤਿਰਛਾ ਹੋ ਜਾਂਦਾ ਇਸ ਕਰਕੇ ਇਹਨੂੰ ਜੋ ਹੈ ਅਸੀਂ ਫਲੈਟ ਸਟਿਚ ਦੇ ਵਿੱਚ ਕਾਊਂਟ ਕਰਦੇ ਆ। ਉਸ ਤੋਂ ਬਾਅਦ ਆਂਦਾ ਕੋਚਿੰਗ। ਹੁਣ ਕੋਚਿੰਗ ਕੀ ਹੁੰਦਾ ਹੈ ਕੋਚਿੰਗ ਹੁੰਦਾ ਜਦੋਂ ਆਪਾਂ ਇੱਕ ਟਾਈਮ ਤੇ ਦੋ ਥ੍ਰੈਡਸ ਯੂਜ਼ ਕਰ ਰਹੇ ਆ ਠੀਕ ਹੈ ਇੱਕ ਮੋਟਾ ਥ੍ਰੈਡ ਯੂਜ਼ ਕਰ ਰਹੇ ਆ ਕਾਰਡ ਵਰਗਾ ਔਰ ਇੱਕ ਯੂਜ਼ ਕਰ ਰਹੇ ਆ ਆਪਾਂ ਡਬਲ ਥ੍ਰੈਡ ਪਾ ਕੇ ਸੂਈ ਦੇ ਵਿੱਚ ਜਿਹਦੇ ਨਾਲ ਅਸੀਂ ਉਹ ਕੋਡ ਵਾਲੀ ਜੋ ਧਾਗਾ ਹੈ ਉਹਨੂੰ ਟਾਈ ਕਰ ਰਹੇ ਆ। ਹੁਣ ਇਹ ਸਾਡਾ ਕੀ ਹੈ ਫਲੈਟ ਸਟਿਚ ਕਿਉਂਕਿ ਅਸੀਂ ਕੀ ਹੈ ਸਿੰਪਲ ਫਲੈਟ ਸਟਿਚ ਯੂਜ਼ ਕਰਦੇ ਹੋਏ ਕੀ ਕਰ ਰਹੇ ਆ ਕੋਚਿੰਗ ਨੂੰ ਕੱਪੜੇ ਉੱਪਰ ਲਗਾ ਰਹੇ ਆ ਠੀਕ ਹੈ ਕੋਚਿੰਗ ਨੂੰ ਕੱਪੜੇ ਉੱਪਰ ਬਣ ਰਿਹਾ
क्योंकि ਆਪਾਂ बहुत ज्यादा ਗੱਲਾਂ ਵਿੱਚ कंफ्यूज हो ਜਾਂਦੇ ਆ ਕਿ ਇਹ ਸਾਡਾ ਕਿਹੜਾ ਸਟਿਚ ਹੋਇਆ। ਤਾਂ ਕੋਚਿੰਗ ਜੋ ਆ ਸਾਡਾ ਆਪਣਾ ਫਲੈਟ ਸਟਿਚ ਹੋਇਆ ਮੰਨਿਆ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਕੀ ਹੈ, ਆਪਾਂ ਇੱਕ ਸਿੰਪਲ ਤਾਰ ਨੂੰ ਫਲੈਟ ਸਟਿਚਸ ਦਾ ਯੂਜ਼ ਕਰਦੇ ਹੋਏ ਕੀ ਹੈ, ਅਲੱਗ-ਅਲੱਗ ਕਰਵਸ ਦੇ ਵਿੱਚ ਜਾਂ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਕੀ ਆ ਉੱਪਰ ਬੰਨ ਦਿੰਦੇ ਆ। ਉਸ ਤੋਂ ਬਾਅਦ ਨੈਕਸਟ ਆਪਣਾ ਆਂਦਾ ਵੀਵਿੰਗ ਟਾਂਕਾ। ਹੁਣ ਜੋ ਵੀਵਿੰਗ ਟਾਂਕਾ ਉਹ ਕੀ ਹੈ, ਇੱਕ ਸਟ੍ਰੇਟ ਟਾਂਕਾ ਹੈ, ਇੱਕ ਸਿੱਧਾ ਟਾਂਕਾ, ਬਸ ਉਹਨੂੰ ਕੀ ਕੀਤਾ ਹੋਇਆ, ਬੁਣਿਆ ਹੋਇਆ, ਠੀਕ ਹੈ, ਸਿਰਫ ਉਹਦੀ ਬੁਣਾਈ ਹੋਈ ਹੋਈ ਹੈ। ਹੈਗਾ ਤਾਂ ਉਹ ਸਾਡਾ ਸਟ੍ਰੇਟ ਸਟਿਚ ਆ, ਸਿਰਫ ਉਹਦੀ ਬੁਣਾਈ ਹੋਈ ਹੈ। ਇਸ ਕਰਕੇ ਇਹਨੂੰ ਆਪਾਂ ਕਿਹਦੇ ਵਿੱਚ ਗਿਣਦੇ ਆ, ਵੀਵਿੰਗ ਸਟਿਚ ਨੂੰ ਅਸੀਂ ਗਿਣਦੇ ਆ ਫਲੈਟ ਸਟਿਚ ਦੇ ਵਿੱਚ। ਵੀਵਿੰਗ ਦੇ ਵਿੱਚ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਦੇਖੋ ਵੀਵ ਕੀਤਾ ਹੋਇਆ ਹੈ ਨਾ, ਵਿੱਚੋਂ ਵਿੱਚੋਂ ਸਟਿਚ ਕੱਢੇ ਹੋਏ ਆ, ਸਿਰਫ ਸਟਿਚ ਹੀ ਕੱਢੇ ਆ, ਟਾਂਕਾ ਫਲੈਟ ਹੀ ਹੈ, ਠੀਕ ਹੈ। ਔਰ ਇਸ ਨੂੰ ਅਸੀਂ ਕਿਹਦੇ ਵਿੱਚ ਗਿਣਦੇ ਆ, ਇਸ ਸਟਿਚ ਨੂੰ ਅਸੀਂ ਗਿਣਦੇ ਆ ਫਲੈਟ ਸਟਿਚ ਦੇ ਵਿੱਚ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਰੋਪ ਸਟਿਚ, ਰੱਸੀ ਟਾਂਕਾ। ਹੁਣ ਰੋਪ ਦਾ ਮਤਲਬ ਹੀ ਹੁੰਦਾ ਰੱਸੀ। ਹੁਣ ਇਹ ਕਿਹਦੇ ਵਿੱਚ ਆਂਦਾ ਹੈ, ਦੇਖੋ ਇਹ ਦੋ ਤਰੀਕਿਆਂ ਨਾਲ ਹੁੰਦਾ ਹੈ ਰੋਪ ਸਟਿਚ। ਰੋਪ ਸਟਿਚ ਹੁੰਦਾ ਹੈ ਇੱਕ, ਅਗਰ ਆਪਾਂ ਚੇਨ ਦਾ ਯੂਜ਼ ਕਰਕੇ ਉਹਦੇ ਉੱਪਰ ਤਿਰਛੇ ਟਾਂਕੇ ਪਾ ਕੇ ਰੋਪ ਕਰ ਰਹੇ ਆ ਤਾਂ ਉਹ ਜੋ ਵੇਰੀਏਸ਼ਨ ਆਂਦੀ ਹੈ ਉਹ ਆਂਦੀ ਹੈ ਚੇਨ ਸਟਿਚ ਦੇ ਵਿੱਚ, ਕਿਉਂਕਿ ਆਪਾਂ ਬੇਸਿਕ ਜੋ ਆ ਉਹਦਾ ਚੇਨ ਸਟਿਚ ਲੈਂਦੇ ਆ ਔਰ ਉਹਦੇ ਉੱਪਰ ਫਲੈਟ ਟਾਂਕੇ ਯੂਜ਼ ਕਰਕੇ ਰੋਪ ਬਣਾਉਂਦੇ ਆ। ਪਰ ਜਦੋਂ ਅਸੀਂ ਵਿੱਚ ਕੌਰਡ ਦਾ ਯੂਜ਼ ਕਰਦੇ ਹੋਏ ਉੱਪਰ ਤਿਰਛੇ ਟਾਂਕੇ ਬਣਾਉਂਦੇ ਆ, ਕੌਰਡ ਰੱਖ ਕੇ ਉਹਦੇ ਉੱਪਰ ਤਿਰਛੇ ਟਾਂਕੇ ਬਣਾ ਕੇ ਕੀ ਹੈ, ਉਹ ਕੌਰਡ ਨੂੰ ਸਾਰੇ ਨੂੰ ਢੱਕ ਦਿੰਦੇ ਆ, ਰੋਪ ਦੀ ਤਰ੍ਹਾਂ, ਰੱਸੀ ਦੀ ਤਰ੍ਹਾਂ ਮੋਟਾ ਕਰ ਦਿੰਦੇ ਆ, ਤਾਂ ਉਹ ਜਿਹੜਾ ਸਟਿਚ ਆਂਦਾ ਸਾਡਾ ਫਲੈਟ ਸਟਿਚ ਦੇ ਅੰਡਰ ਆਂਦਾ ਹੈ, ਠੀਕ ਹੈ। ਅਗਰ ਤਾਂ ਆਪਾਂ ਨੀਚੇ ਚੇਨ ਸਟਿਚ ਯੂਜ਼ ਕਰਾਂਗੇ ਤਾਂ ਉਹ ਜੋ ਸਟਿਚ ਆ ਉਹ ਆਏਗਾ ਚੇਨ ਸਟਿਚ ਦੇ ਅੰਡਰ, ਬਟ ਜਦੋਂ ਆਪਾਂ ਡੋਰੀ ਯੂਜ਼ ਕਰਾਂਗੇ ਉਹਦੇ ਉੱਪਰ ਫਲੈਟ ਸਟਿਚ ਪਾਵਾਂਗੇ ਤਾਂ ਉਹ ਜਿਹੜਾ ਸਟਿਚ ਆ ਸਾਡਾ ਕਾਊਂਟ ਹੋਏਗਾ ਫਲੈਟ ਸਟਿਚ ਦੇ ਅੰਡਰ। ਹੁਣ ਉਸ ਤੋਂ ਬਾਅਦ ਆਂਦਾ ਹੈ ਇਨਕਰੋਚਿੰਗ ਸਟਿਚ। ਹੁਣ ਇਨਕਰੋਚਿੰਗ ਕੀ ਹੁੰਦਾ, ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਇੱਕ ਪੱਤੀ ਹੈ, ਉਹਨੂੰ ਕਈ ਸਾਰੇ ਭਾਗਾਂ ਵਿੱਚ ਡਿਵਾਈਡ ਕਰ ਦਿੱਤਾ ਹੈ ਨਾ, ਉਹਦੇ ਵਿੱਚ ਕਈ ਛੋਟੇ ਛੋਟੇ ਇੱਕੋ ਜਿਹੇ ਪਾਰਟ ਕੱਟ ਦਿੱਤੇ ਔਰ ਉਹਨੂੰ ਕੀ ਕੀਤਾ, ਸਿੰਪਲ ਸਿੱਧੇ ਟਾਂਕਿਆਂ ਦੇ ਨਾਲ ਭਰ ਦਿੱਤਾ, ਠੀਕ ਹੈ। ਉਹਨਾਂ ਛੋਟੇ ਛੋਟੇ ਪਾਰਟਸ ਨੂੰ ਸਿੰਪਲ ਸਿੱਧੇ ਸਾਟਨ ਸਟਿਚ ਦੇ ਨਾਲ ਭਰ ਦਿੱਤਾ। ਹੁਣ ਪਾਇਆ ਤਾਂ ਅਸੀਂ ਫਲੈਟ ਸਟਿਚ ਹੀ ਹੈ ਨਾ, ਇਸ ਕਰਕੇ ਕੀ ਹੈ, ਇਹਨੂੰ ਅਸੀਂ ਇਨਕਰੋਚਿੰਗ ਟਾਂਕੇ ਨੂੰ ਕਿਹਦੇ ਅੰਡਰ ਲੈਂਦੇ ਆ, ਇਹਨੂੰ ਅਸੀਂ ਫਲੈਟ ਸਟਿਚ ਦੇ ਅੰਡਰ ਕਾਊਂਟ ਕਰਦੇ ਆ, ਕਿਉਂਕਿ ਇਹ ਚ ਫਲੈਟ ਸਟਿਚ ਦਾ ਇਸਤੇਮਾਲ ਹੋਇਆ, ਬਟ ਇਹਦਾ ਮੈਥਡ ਪਾਉਣ ਦਾ ਤਰੀਕਾ ਚੇਂਜ ਹੋ ਗਿਆ। ਇਹਦੇ ਵਿੱਚ ਅਸੀਂ ਇੱਕ ਪੱਤੇ ਨੂੰ ਕਈ ਹਿੱਸਿਆਂ ਵਿੱਚ ਡਿਵਾਈਡ ਕਰਕੇ ਕੀ ਹੈ, ਉਹਦੇ ਉੱਪਰ ਸਾਟਨ ਸਟਿਚ ਪਾ ਦਿੱਤਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਆਪਣਾ ਸਾਟਨ ਸਟਿਚ। ਹੁਣ ਸਾਟਨ ਸਟਿਚ ਤੁਹਾਨੂੰ ਪਤਾ ਹੈ, ਇਹਨੂੰ ਰਾਉਂਡ ਐਮਬਰਾਇਡਰੀ ਵੀ ਬੋਲਦੇ ਆ, ਬਾਲ ਐਮਬਰਾਇਡਰੀ ਵੀ ਬੋਲਦੇ ਆ, ਡਾਇਮੰਡ ਐਮਬਰਾਇਡਰੀ ਵੀ ਬੋਲਦੇ ਆ। ਸਾਟਨ ਸਟਿਚ ਦੇ ਕਿੰਨੇ ਸਾਰੇ ਨਾਮ ਹੈ, ਗੋਲ ਐਮਬਰਾਇਡਰੀ ਹੈ, ਠੀਕ ਹੈ, ਬਾਲ ਐਮਬਰਾਇਡਰੀ ਹੈ, ਡਾਇਮੰਡ ਐਮਬਰਾਇਡਰੀ ਹੈ। ਇਹ ਜਿਹੜੇ ਸਾਟਨ ਦੇ ਨਾਮ ਨੇ, ਕਿਉਂਕਿ ਇਹ ਕੀ ਹੈ, ਰਾਉਂਡ ਹੁੰਦਾ ਹੈ, ਦਾ ਗੋਲ, ਜੋ ਟਾਂਕਾ ਉੱਪਰ ਆ ਰਿਹਾ ਉਹੀ ਟਾਂਕਾ ਨੀਚੇ, ਸਿੱਧੇ ਪੁੱਠੇ ਦੇਖਣ ਨੂੰ ਇਹ ਇੱਕੋ ਜਿਹਾ ਹੁੰਦਾ ਹੈ। ਫਰਕ ਕਿਤੋਂ ਪਤਾ ਲੱਗਦਾ, ਇਹਦੀ ਗੱਠ ਤੋਂ। ਜਦੋਂ ਆਪਾਂ ਸਟਾਰਟਿੰਗ ਕਰਦੇ ਹਾਂ ਔਰ ਐਂਡ ਕਰਦੇ ਹਾਂ, ਜਿਹੜੀ ਅਸੀਂ ਗੱਠ ਮਾਰਦੇ ਹਾਂ ਨਾ, ਉਸ ਤੋਂ ਇਹਦੀ ਸਿੱਧ ਪੁੱਠ ਪਤਾ ਲੱਗਦੀ ਹੈ, ਨਹੀਂ ਤਾਂ ਸਿੱਧੇ ਪਾਸਿਓਂ ਔਰ ਪੁੱਠੇ ਪਾਸਿਓਂ ਵੇਖਣ ਨੂੰ ਸਾਟਨ ਸਟਿਚ ਇੱਕੋ ਜਿਹਾ ਲੱਗਦਾ ਹੈ। ਭਰਾਈ ਟਾਂਕਾ ਹੈ ਇਹ ਸਾਡਾ, ਭਰਵਾਂ ਟਾਂਕਾ ਹੈ, ਬਟ ਇਹ ਕਿਹਦਾ ਹੈ, ਫਲੈਟ ਸਟਿਚ, ਕਿਉਂਕਿ ਆਪਾਂ ਫਲੈਟ ਸਟਿਚ ਨਾਲ ਦੇ ਨਾਲ ਯੂਜ਼ ਕਰਦੇ ਆ ਔਰ ਕੀ ਹੈ, ਪੈਟਰਨ ਨੂੰ ਭਰ ਦਿੰਦੇ ਆ, ਤਾਂ ਜੋ ਇਹ ਕਿਹਦੇ ਅੰਡਰ ਆਂਦਾ ਹੈ, ਇਹ ਸਾਡਾ ਆਂਦਾ ਹੈ ਫਲੈਟ ਸਟਿਚ ਦੇ ਅੰਡਰ। ਹੁਣ ਨੈਕਸਟ ਆਂਦਾ ਸਾਡਾ ਪੈਡਡ ਸਾਟਨ ਸਟਿਚ। ਹੁਣ ਪੈਡਡ ਸਾਟਨ ਸਟਿਚ ਕੀ ਹੈ, ਪੈਡਡ ਸਾਟਨ ਸਟਿਚ ਦੇ ਵਿੱਚ ਕੀ ਹੁੰਦਾ ਹੈ, ਆਪਾਂ ਕਿਸੇ ਪੈਟਰਨ ਦੇ ਅੰਦਰ ਪਹਿਲਾਂ ਨੀਚੇ ਪੈਡਿੰਗ ਦਿੰਦੇ ਆ। ਪੈਡਿੰਗ ਕਿਹਦੀ ਦਿੰਦੇ ਆ, ਆਪਾਂ ਮੋਟਾ ਧਾਗਾ ਪਾ ਕੇ ਕੀ ਹੈ, ਕੱਚਾ ਪਾ ਦਿੰਦੇ ਆ, ਪੈਟਰਨ ਨੂੰ ਕੱਚੇ ਨਾਲ ਸਾਰਾ ਫਿਲ ਕਰ ਦਿੰਦੇ ਆ। ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਜਿਹਦੇ ਵਿੱਚ ਕੀ ਹੈ, ਹਾਫ ਜੋ ਕਢਾਈ ਹੈ ਉਹ ਪੈਟਰਨ ਉਹਦੇ ਪੈਡਿੰਗ ਕੀਤੀ ਹੋਈ ਦਿਖਾਈ ਹੋਈ ਹੈ ਔਰ ਹਾਫ ਜੋ ਕਢਾਈ ਹੈ ਉਹ ਸਾਟਨ ਕਰਦੇ ਹੋਏ ਦਿਖਾਈ ਹੈ। ਮਤਲਬ ਕਿ ਨੀਚੇ ਆਪਾਂ ਪੈਡਿੰਗ ਕਰਨੀ ਆ, ਉਹਨੂੰ ਆਪਾਂ ਉਭਰਵਾ ਦਿਖਾਣਾ ਹੈ, ਇਸ ਕਰਕੇ ਆਪਾਂ ਕੀ ਕੀਤਾ, ਬੈਕ ਸਟਿਚ ਪਾ ਕੇ ਪੈਡਿੰਗ ਕੀਤੀ ਔਰ ਉਹਦੇ ਉੱਪਰ ਕੀ ਕਰਤਾ, ਸਾਟਨ ਸਟਿਚ ਪਾ ਦਿੱਤਾ। ਇਹ ਸਾਡਾ ਕੀ ਬਣ ਜਾਂਦਾ, ਪੈਡਡ ਸਾਟਨ ਟਾਂਕਾ। ਯੂਜ਼ ਕੀ ਹੋਏ, ਫਲੈਟ ਟਾਂਕੇ, ਸਾਟਨ ਸਟਿਚ ਫਲੈਟ ਟਾਂਕਾ, ਰਨਿੰਗ ਸਟਿਚ ਫਲੈਟ ਟਾਂਕਾ। ਇਹ ਜਿਹੜਾ ਵੇਰੀਏਸ਼ਨ ਹੈ ਇਹ ਸਾਡੀ ਫਲੈਟ ਸਟਿਚ ਦੇ ਅੰਡਰ ਆ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਸ਼ੇਡ। ਹੁਣ ਸ਼ੇਡ ਸਟਿਚ ਕੀ ਹੈ, ਸ਼ੇਡ ਆਪਣਾ ਫਲੈਟ ਟਾਂਕਾ,
शेडिंग ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਆ ਲੌਂਗ ਸ਼ਾਰਟ ਟਾਂਕਾ ਯੂਜ਼ ਕਰਦੇ ਆ ਠੀਕ ਹੈ ਲੰਬਾ ਛੋਟਾ ਟਾਂਕਾ ਯੂਜ਼ ਕਰਦੇ ਆ ਲੌਂਗ ਸ਼ਾਰਟ ਟਾਂਕਾ ਯੂਜ਼ ਕਰਦੇ ਹੋਏ ਆਪਾਂ ਸ਼ੇਡ ਬਣਾਉਂਦੇ ਆ ਔਰ ਸ਼ੇਡ ਲਈ ਕਿੰਨੇ 3 ਤੋਂ 4 ਥ੍ਰੈਡਸ ਯੂਜ਼ ਹੁੰਦੇ ਨੇ ਸੇਮ ਕਲਰ ਦੇ ਸੇਮ ਸ਼ੇਡਿੰਗ ਦੇ ਡਿਫਰੈਂਟ ਸ਼ੇਡ ਵੀ ਹੋ ਸਕਦੀ ਹੈ ਅਗਰ ਕਿਸੇ ਚੀਜ਼ ਦੇ ਕਈ ਫੁੱਲਾਂ ਦੇ ਪੈਟਰਨ ਦੇ ਵਿੱਚ ਆਪਾਂ ਡਿਫਰੈਂਟ ਸ਼ੇਡਿੰਗ ਦਿਖਾਣੀ ਹੈ ਤਾਂ ਉੱਥੇ ਡਿਫਰੈਂਟ ਸ਼ੇਡ ਵੀ ਯੂਜ਼ ਹੋ ਜਾਂਦੇ ਆ 3 ਤੋਂ 4 ਕਲਰ ਦੇ ਸ਼ੇਡ ਯੂਜ਼ ਹੁੰਦੇ ਆ ਇੱਕ ਦੂਜੇ ਦੇ ਵਿੱਚ ਰਚ ਮਿਚ ਜਾਂਦੇ ਆ ਜਿਹਦੇ ਕਰਕੇ ਕੀ ਹੈ ਸ਼ੇਡਿੰਗ ਬਣਾਉਂਦੇ ਆ ਹੁਣ ਸ਼ੇਡਿੰਗ ਜੋ ਆ ਫਲੈਟ ਟਾਂਕੇ ਦੀ ਕਿਸਮ ਹੈ ਲੌਂਗ ਸ਼ਾਰਟ ਟਾਂਕਾ ਹੈ ਫਲੈਟ ਟਾਂਕਾ ਹੈ ਇਸ ਕਰਕੇ ਸ਼ੇਡ ਨੂੰ ਕੀ ਆ ਫਲੈਟ ਸਟਿਚ ਦੇ ਅੰਡਰ ਗਿਣਿਆ ਜਾਂਦਾ ਹੈ ਹੁਣ ਉਸ ਤੋਂ ਬਾਅਦ ਆ ਜਾਂਦਾ ਸਪਾਈਡਰ ਵੈਬ ਹੁਣ ਸਪਾਈਡਰ ਵੈਬ ਕੀ ਹੈ ਸਪਾਈਡਰ ਵੈਬ ਹੈ ਫਲੈਟ ਟਾਂਕੇ ਦੀਆਂ ਡੰਡੀਆਂ ਬਣਾ ਕੇ ਉਹਦੇ ਉੱਪਰ ਸਪਾਈਡਰ ਵੈਬ ਦੀ ਤਰ੍ਹਾਂ ਕੰਮ ਕਰਨਾ ਠੀਕ ਹੈ ਇਹ ਕੀ ਹੈ ਸਾਡਾ ਫਲੈਟ ਟਾਂਕਾ ਕਿਉਂਕਿ ਜੋ ਆਪਾਂ ਡੰਡੀਆਂ ਯੂਜ਼ ਕੀਤੀਆਂ ਨੇ ਉਹ ਜੋ ਡੰਡੀਆਂ ਨੇ ਉਹ ਫਲੈਟ ਸਟਿਚਸ ਨੇ ਠੀਕ ਹੈ ਸਟ੍ਰੇਟ ਸਟਿਚਸ ਪਾਈਆਂ ਹੋਈਆਂ ਨੇ ਔਰ ਉਹਦੇ ਉੱਪਰ ਕੀ ਆ ਆਪਾਂ ਸਪਾਈਡਰ ਵੈਬ ਕਰ ਦਿੱਤੀ ਔਰ ਇਹ ਜੋ ਵੈਬ ਹੁੰਦੀ ਹੈ ਦੇਖਣ ਨੂੰ ਕਿੱਦਾਂ ਦੀ ਸਪਾਈਡਰ ਵੈਬ ਇਹਨੂੰ ਤਾਂ ਹੀ ਬੋਲਦੇ ਆ ਕਿਉਂਕਿ ਇਹ ਦੇਖਣ ਨੂੰ ਮੱਕੜੀ ਦੇ ਜਾਲੇ ਵਰਗਾ ਨਜ਼ਰ ਆਉਂਦਾ ਹੈ ਠੀਕ ਹੈ ਤਾਂ ਹੀ ਕਰਕੇ ਇਹਦਾ ਨਾਮ ਜੋ ਹੈ ਸਪਾਈਡਰ ਵੈਬ ਪਿਆ ਹੋਇਆ ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਸਾਡਾ ਫਰਨ ਸਟਿਚ ਹੁਣ ਫਰਨ ਸਟਿਚ ਕੀ ਹੈ ਫਰਨ ਸਟਿਚ ਹੈਗਾ ਸਿੱਧੇ ਸਿੱਧੇ ਸਟੇਟ ਟਾਂਕਿਆਂ ਦੇ ਨਾਲ ਕੀ ਹੈ ਇਹ ਜੋ ਫਰਨ ਸਟਿਚ ਬਣਾਇਆ ਜਾਂਦਾ ਯਾਨੀ ਕਿ ਯੂਜ਼ ਕੀ ਕੀਤਾ ਜਾਂਦਾ ਹੈ ਸਿੱਧੇ ਟਾਂਕੇ ਸਟੇਟ ਸਟਿਚ ਯੂਜ਼ ਕੀਤਾ ਜਾਂਦਾ ਬੈਕ ਸਟਿਚ ਦੀ ਲਾਈਨ ਬਣਾ ਕੇ ਔਰ ਕੀ ਹੈ ਸਾਈਡਾਂ ਤੇ ਉਹਦੀਆਂ ਪੁੰਛਾਂ ਜੀਆਂ ਬਣਾਈਆਂ ਜਾਂਦੀਆਂ ਨੇ ਜ਼ਿਆਦਾਤਰ ਕੀ ਹੈ ਤੇ ਪੁੱਤਿਆਂ ਨੂੰ ਜਾਂ ਡੰਡੀਆਂ ਤੇ ਕੰਡੇ ਕੁੰਡੇ ਜਿੱਥੇ ਦਿਖਾਣੇ ਹੋਣ ਉੱਥੇ ਕੀ ਆ ਫਨ ਸਟਿਚ ਦਾ ਯੂਜ਼ ਕੀਤਾ ਜਾਂਦਾ ਹੈ ਔਰ ਕੀ ਹੁੰਦਾ ਹੈ ਇਹ ਫਲੈਟ ਟਾਂਕਾ ਹੁੰਦਾ ਆਪਣਾ ਉਸ ਤੋਂ ਬਾਅਦ ਨੈਕਸਟ ਆਂਦਾ ਹੈ ਲੌਂਗ ਸ਼ਾਰਟ ਸਟਿਚ ਹੁਣ ਲੌਂਗ ਸ਼ਾਰਟ ਸਟਿਚ ਜੋ ਆ ਉਹ ਆਪਾਂ ਇਕੱਲਾ ਵੀ ਪਾ ਸਕਦੇ ਆ ਲੌਂਗ ਸ਼ਾਰਟ ਟਾਂਕਾ ਠੀਕ ਹੈ ਲੰਬਾ ਛੋਟਾ ਇਹਦੇ ਵਿੱਚ ਕੀ ਹੁੰਦਾ ਵੀ ਅਨਈਵਨ ਹੋ ਜਾਂਦੇ ਆ ਟਾਂਕੇ ਅਨਈਵਨ ਮਤਲਬ ਵੱਡੇ ਛੋਟੇ ਹੋ ਜਾਂਦੇ ਆ ਇੱਕ ਟਾਂਕਾ ਲੰਬਾ ਦੂਸਰਾ ਛੋਟਾ ਤੀਸਰਾ ਉਸ ਤੋਂ ਛੋਟਾ ਫੇਰ ਲੰਬਾ ਫੇਰ ਛੋਟਾ ਮਤਲਬ ਕਿ ਅਸੀਂ ਇਸ ਤਰ੍ਹਾਂ ਇਸ ਟਾਂਕੇ ਨੂੰ ਭਰਦੇ ਆ ਔਰ ਕੀ ਆ ਸਾਡਾ ਲੌਂਗ ਸ਼ਾਰਟ ਟਾਂਕਾ ਤਿਆਰ ਹੋ ਜਾਂਦਾ ਔਰ ਲੌਂਗ ਸ਼ਾਰਟ ਕੱਲਾ ਵੀ ਪਾ ਸਕਦੇ ਆ ਔਰ ਲੌਂਗ ਸ਼ਾਰਟ ਦੇ ਨਾਲ ਕੀ ਆ ਅਸੀਂ ਸ਼ੇਡ ਵੀ ਕਰ ਸਕਦੇ ਆ ਕਿਉਂਕਿ ਇਹ ਫਲੈਟ ਟਾਂਕਾ ਹੋਣ ਕਰਕੇ ਕੀ ਹੈ ਇਹਨੂੰ ਫਲੈਟ ਟਾਂਕੇ ਦੇ ਅੰਡਰ ਰੱਖਿਆ ਜਾਂਦਾ ਹੁਣ ਉਸ ਤੋਂ ਬਾਅਦ ਆ ਜਾਂਦਾ ਐਰੋ ਹੈਡ ਹੁਣ ਐਰੋ ਦਾ ਮਤਲਬ ਹੁੰਦਾ ਤੀਰ ਦੇ ਨਿਸ਼ਾਨ ਵਰਗਾ ਠੀਕ ਹੈ ਐਰੋ ਹੈਡ ਹੁਣ ਦੇਖੋ ਤੁਹਾਡੇ ਕੋਲ ਜੋ ਪਿਕਚਰ ਦਿਖ ਰਹੀ ਹੈ ਐਰੋ ਦੀ ਤਰ੍ਹਾਂ ਐਰੋ ਬਣਿਆ ਹੋਇਆ ਵੀ ਬਣਿਆ ਹੋਇਆ ਠੀਕ ਹੈ ਕਿਹਦੇ ਨਾਲ ਬਣਾਇਆ ਹੋਇਆ ਐਰੋ ਹੈਡ ਵੀ ਫਲੈਟ ਟਾਂਕਾ ਯੂਜ਼ ਕਰਦੇ ਹੋਏ ਮਤਲਬ ਤਿਰਛਾ ਟਾਂਕਾ ਇੱਧਰ ਨੂੰ ਯੂਜ਼ ਕੀ ਕੀਤਾ ਫਲੈਟ ਸਟਿਚ ਯੂਜ਼ ਕੀਤਾ ਹੈ ਐਰੋ ਹੈਡ ਟਾਂਕਾ ਬਣਾਇਆ ਔਰ ਇਹ ਕਿਹਦੇ ਅੰਡਰ ਆਇਆ ਸਾਡਾ ਫਲੈਟ ਸਟਿਚ ਦੇ ਅੰਦਰ ਉਸ ਤੋਂ ਬਾਅਦ ਆਂਦਾ ਫਿਸ਼ ਬੋਨ ਸਟਿਚ ਹੁਣ ਫਿਸ਼ ਬੋਨ ਸਟਿਚ ਕੀ ਹੈ ਇਹ ਜ਼ਿਆਦਾਤਰ ਜਿਹੜੀ ਲਾਈਨ ਡਿਵਾਈਡ ਹੋ ਜਾਂਦੀ ਹੈ ਜਿਹੜੀ ਲਾਈਨ ਪੱਤੇ ਦੀ ਸੈਂਟਰ ਚ ਡਿਵਾਈਡ ਹੋ ਜਾਂਦੀ ਹੈ ਉਹਦੇ ਉੱਪਰ ਬਣਾਇਆ ਜਾਂਦਾ ਹੈ ਕੀ ਹੈ ਇਹਨੂੰ ਸੈਂਟਰ ਵਿੱਚੋਂ ਵੰਡ ਕੇ ਕੀ ਹੈ ਇਸ ਦੇ ਉੱਪਰ ਜੋ ਹੈ ਪਰਾਈ ਕੀਤੀ ਜਾਂਦੀ ਹੈ ਸਾਡਾ ਭਰਵਾਂ ਟਾਂਕਾ ਹੁੰਦਾ ਹੈ ਠੀਕ ਹੈ ਔਰ ਕੀ ਹੈ ਇਹ ਜੋ ਹੈ ਸਾਡਾ ਫਲੈਟ ਸਟਿਚ ਹੈ ਉਸ ਤੋਂ ਬਾਅਦ ਨੈਕਸਟ ਆਂਦਾ ਹੈ ਬੁਣਿਆ ਪਈਏ ਦਾ ਟਾਂਕਾ ਹੁਣ ਵੂਵਨ ਵੀਲ ਸਟਿਚ ਹੁਣ ਵੂਵਨ ਵੀਲ ਸਟਿਚ ਕੀ ਹੈ ਵੂਵਨ ਵੀਲ ਸਟਿਚ ਹੁੰਦਾ ਹੈ ਕਿ ਜਦੋਂ ਆਪਾਂ ਬਿਲਕੁਲ ਸਪਾਈਡਰ ਵੈਬ ਦੀ ਤਰ੍ਹਾਂ ਟਾਂਕੇ ਲੈਂਦੇ ਆ 5 ਜਾਂ 6 ਜਿੰਨੇ ਵੀ ਅਸੀਂ ਟਾਂਕੇ ਲੈਣਾ ਚਾਹੁੰਦੇ ਆ ਔਰ ਉਹਦੇ ਵਿੱਚ ਕੀ ਹੈ ਤਾਂ ਅੱਗੇ ਨੂੰ ਸਿਰਫ ਰਾਉਂਡ ਘੁਮਾਉਂਦੇ ਜਾਂਦੇ ਆ ਇੱਕ ਛੱਡ ਦਿੰਦੇ ਇੱਕ ਚੱਕ ਲੈਂਦੇ ਇੱਕ ਛੱਡ ਦਿੰਦੇ ਇੱਕ ਚੱਕ ਲੈਂਦੇ ਇੱਕ ਛੱਡ ਦਿੰਦੇ ਇੱਕ ਚੱਕ ਲੈਂਦੇ ਠੀਕ ਹੈ 5 ਟਾਂਕੇ ਪਾਉਂਦੇ ਨੇ 5 ਡੰਡੀਆਂ ਬਣਾ ਕੇ ਸਰਕਲ ਕ੍ਰੀਏਟ ਕਰ ਲੈਂਦੇ ਆ ਔਰ ਉਹਦੇ ਵਿੱਚ ਇੱਕ ਨੂੰ ਛੱਡਦੇ ਆ ਇੱਕ ਨੂੰ ਚੱਕਦੇ ਆ ਇੱਕ ਨੂੰ ਛੱਡਦੇ ਇੱਕ ਨੂੰ ਚੱਕਦੇ ਐਦਾਂ ਜਦੋਂ ਰਾਉਂਡ ਭਰਦੇ ਜਾਂਦੇ ਆ ਤਾਂ ਸਾਡੇ ਕੋਲ ਕੀ ਬਣ ਜਾਂਦਾ ਹੈ ਵੂਵਨ ਵੀਲ ਸਟਿਚ ਦਾ ਜੋ ਫਲਾਵਰ ਇਹਦੇ ਫਲਾਰ ਬਣ ਜਾਂਦੇ ਆ ਫਲਾਰ ਬਣ ਜਾਂਦਾ ਇੱਕ ਬਹੁਤ ਸੋਹਣਾ ਇਹਦੇ ਫਲਾਰਸ ਬਣਦੇ ਨੇ ਬਹੁਤ ਸੋਹਣੇ ਠੀਕ ਹੈ ਇਹ ਸਾਡਾ ਕੀ ਹੈ ਫਲੈਟ ਸਟਿਚ ਹੁਣ ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਲੂਪ ਸਟਿਚਸ ਦੀ ਵੀ ਸਾਡੇ ਲੂਪ ਸਟਿਚਸ ਕਿਹੜੇ ਹੁੰਦੇ ਨੇ ਲੂਪ ਸਟਿਚਸ ਸਾਡੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਧਾਗਾ ਅੱਗੇ ਕਰਕੇ ਧਾਗੇ ਨੂੰ ਸੂਈ ਦੇ ਅੱਗੇ ਘੁਮਾ ਕੇ ਜਿਹੜੇ ਟਾਂਕੇ ਲੈਂਦੇ ਆ ਉਹ ਸਾਡੇ ਕਿਹੜੇ ਅੰਡਰ ਆਂਦੇ ਆ ਲੂਪ ਸਟਿਚ ਦੇ ਅੰਦਰ ਆਂਦੇ ਆ ਸੂਈ ਪਾਈ ਕੱਪੜੇ ਵਿੱਚ ਧਾਗਾ ਅੱਗੋਂ ਦੀ ਜਦੋਂ ਘੁਮਾਇਆ ਉਹ ਸਾਡਾ ਜੋ ਟਾਂਕਾ ਹੈ ਉਹ ਕਿਹਦੇ ਅੰਡਰ ਆਂਦਾ ਉਹ ਆਂਦਾ ਲੂਪ ਸਟਿਚ ਦੇ ਅੰਡਰ ਸਭ ਤੋਂ ਪਹਿਲਾ ਹੈਗਾ ਮੇਡਨ ਹੇਅਰ ਸਟਿਚ ਹੁਣ ਦੇਖੋ ਤੁਸੀਂ ਇਹਦੇ ਵਿੱਚ ਕੀ ਹੈ ਇੱਕ ਲਾਈਨ ਬਣੀ ਹੈ ਨਾ ਬਟਨ ਹੋਲ ਦੀ ਇੱਕ ਲਾਈਨ ਬਣੀ ਹੈ ਬਟਨ ਹੋਲ ਟਾਂਕਾ ਯੂਜ਼ ਕੀਤਾ ਹੋਇਆ ਛੋਟਾ ਫਿਰ ਉਸ ਤੋਂ ਵੱਡਾ ਤਿਰਛੇ ਟਾਂਕੇ ਫਿਰ ਇਧਰਲੀ ਸਾਈਡ ਤੋਂ ਛੋਟਾ ਵੱਡਾ ਔਰ ਇਹਦੇ ਕੀ ਹੈ ਕੀ ਬਣ ਜਾਂਦੇ ਬਹੁਤ ਸੋਹਣੇ ਬਾਰਡਰ ਡਿਜ਼ਾਈਨ ਬਣ ਜਾਂਦੇ ਆ ਮੇਡਨ ਹੇਅਰ ਦੇ
ठीक है। और ये क्यों है, धागा अगे नू करके बटन होल दी वेरिएशन लिती हुई है, ता जो बटन होल दे सारे टंके किदे अंडर आ जाते हैं, अपने लूप स्टिच दे अंदर आ जाते हैं। हुण उस तो बाद आ जाता बटन होल। हुण बटन होल सिंपल आपां की है काज बनाने लई यूज कर सकते हैं, ब्लैंकेट स्टिच बनाने लई यूज कर सकते हैं, एप्लिक वर्क लई यूज कर सकते हैं, ठीक है। एप्लिक, आईलेट वर्क, कट वर्क, स्कैलोप्स बनाने वास्ते जेड़ा हाथ दा काम आ, जदों आपां स्कैलोप्स बनाने ने उत्थे की यूज करना, बटन होल। कट वर्क करना की यूज करना, बटन होल। आईलेट करना की यूज करना, बटन होल। यानी कि आपां केड़े स्टिच नूं यूज करदे आ, बटन होल स्टिच। और ये धागा अगे नूं करके बनाया जांदा है, इस करके किदे अंडर आंदा है, लूप स्टिच दे। हुण उस तो बाद आंदा है चक्कर बटन होल। हुण राउंड दे विच व्हील बनदा है, राउंड दे विच इदा व्हील बनिया होया ना, ओदियां डंडियां भी कड्डियां होईयां ने व्हील दे विच, जिद्दां साइकिल दे व्हील हुंदा ओदे विच इदां तारां कड्डियां होईयां हुंदियां ने, तारां नजर आंदियां ने, ਤਾਂ ਕਰਕੇ ਇਹਨੂੰ ਵੀਲ ਸਟਿਚ ਬੋਲਦੇ ਆ। ਔਰ ਬਟਨ ਹੋਲ ਸਟਿਚ ਦੀ ਇਹ ਵੇਰੀਏਸ਼ਨ ਹੈ। ਇਹਦੇ ਚ ਕੀ ਹੈ, ਅੰਦਰੋਂ ਦਿਓ ਟਾਂਕਾ ਬਾਹਰ ਨੂੰ ਏਦਾਂ ਵੀਲ ਦੀ ਤਰ੍ਹਾਂ ਘੁਮਾਇਆ ਜਾਂਦਾ ਹੈ, ਠੀਕ ਹੈ। ਅੰਦਰੋਂ ਦਿਓ ਟਾਂਕਾ ਬਾਹਰ ਨੂੰ ਵੀਲ ਦੀ ਤਰ੍ਹਾਂ ਘੁਮਾ ਕੇ ਰਾਉਂਡ ਜੋ ਆ ਵੀਲ ਸਟਿਚ ਬਣਾਇਆ ਜਾਂਦਾ। ਔਰ ਇਹਦੇ ਬਹੁਤ ਸੋਹਣੇ ਛੋਟੇ ਛੋਟੇ ਫਲਾਰ ਬਣਾ ਸਕਦੇ ਆ। ਔਰ ਕੀ ਹੈ, ਇਹਦੇ ਬਾਰਡਰ ਡਿਜ਼ਾਈਨ ਵੀ ਬਣ ਜਾਂਦੇ ਆ। ਉਸ ਤੋਂ ਬਾਅਦ ਆਂਦਾ ਹੈ ਨੈਕਸਟ ਚੇਨ ਬਟਨ ਹੋਲ ਟਾਂਕਾ। ਹੁਣ ਚੇਨ ਸਟਿਚ ਪਾ ਕੇ ਜਦੋਂ ਆਪਾਂ ਉਹਦੇ ਕਿਨਾਰੇ ਤੇ ਸਕੈਲਪ ਬਣਾ ਦਿੱਤੇ ਬਟਨ ਹੋਲ ਦਾ, ਜਿਵੇਂ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਇੱਕ ਚੇਨ ਦੀ ਜੋ ਲੂਪਿੰਗ ਹੈ ਉਹਦੇ ਉੱਪਰ ਬਟਨ ਹੋਲ ਸਟਿਚ ਪਾਇਆ ਹੋਇਆ, ਠੀਕ ਹੈ। ਉਹਦੇ ਉੱਪਰ ਜਦੋਂ 3 ਜਾਂ 4 ਜਿੰਨੇ ਬਟਨ ਹੋਲ ਸਟਿਚ ਪਾਉਂਦੇ ਆ ਆਪਾਂ, ਜਿੰਨੀ ਚੇਨ ਲੰਬੀ ਲਵਾਂਗੇ ਆਪਾਂ ਨੂੰ ਬਟਨ ਹੋਲ ਸਟਿਚ ਉਹਦੇ ਹਿਸਾਬ ਨਾਲ ਪਾਣੇ ਪੈਣਗੇ। ਤਾਂ ਜਦੋਂ ਆਪਾਂ ਬਟਨ ਹੋਲ ਸਟਿਚ ਉਹਦੇ ਉੱਪਰ ਪਾਉਂਦੇ ਆ ਤਾਂ ਬਹੁਤ ਸੋਹਣਾ ਕਟਾਂ ਬਣ ਜਾਂਦਾ ਹੈ। ਇਸ ਨੂੰ ਬੋਲਦੇ ਆ ਚੇਨ ਬਟਨ ਹੋਲ ਸਕੈਲਪ। ਔਰ ਇਹ ਕਿਹਦੇ ਅੰਡਰ ਆਂਦਾ ਹੈ, ਸਾਡਾ ਲੂਪ ਸਟਿਚ ਦੇ ਅੰਡਰ ਆਂਦਾ ਹੈ। ਉਸ ਤੋਂ ਬਾਅਦ ਆਂਦਾ ਸਾਡਾ ਬਾਰਬ ਸਟਿਚ। ਹੁਣ ਬਾਰਬ ਸਟਿਚ ਕੀ ਹੁੰਦਾ ਹੈ, ਬਾਰਬ ਸਟਿਚ ਹੁੰਦਾ ਹੈ ਜਦੋਂ ਬਟਨ ਹੋਲ ਆਪਾਂ ਇੱਕ ਸਾਈਡ ਤੋਂ ਪਾ ਰਹੇ ਹਾਂ ਔਰ ਦੂਜੀ ਸਾਈਡ ਤੋਂ ਵੀ ਪਾ ਦਿੰਦੇ ਆ ਬਟਨ ਹੋਲ। ਫਿਰ ਉਸ ਤੋਂ ਬਾਅਦ ਇੱਕ ਟਾਂਕਾ ਲੈਂਦੇ ਹੋਏ ਉਹਨੂੰ ਉੱਪਰੋਂ ਦੀ ਉਹ ਕੀ ਕਰਦੇ ਆ, ਬੰਨ ਦਿੰਦੇ ਆ, ਇਕੱਠਾ ਕਰ ਦਿੰਦੇ ਆ। ਮਤਲਬ ਕਿ 2 ਬਟਨ ਹੋਲ ਦੀਆਂ ਲਾਈਨਾਂ ਉਹਨੂੰ ਅਸੀਂ ਕੀ ਕਰ ਦਿੰਦੇ ਆ, ਬੁਣ ਦਿੰਦੇ ਆ। ਉਹ ਕੀ ਹੋ ਜਾਂਦਾ, ਸਾਡਾ ਬਾਬ ਟਾਂਕਾ ਹੋ ਜਾਂਦਾ ਹੈ। ਔਰ ਇਹ ਕਿਹਦੇ ਅੰਡਰ ਆਂਦਾ, ਕਿਉਂਕਿ ਬਟਨ ਹੋਲ ਸਟਿਚ ਯੂਜ਼ ਕੀਤਾ, ਕਿਹਦੇ ਅੰਡਰ ਆਂਦਾ, ਸਾਡਾ ਲੂਪ ਸਟਿਚ ਦੇ ਅੰਡਰ। ਉਸ ਤੋਂ ਬਾਅਦ ਨੈਕਸਟ ਆਂਦਾ ਸਾਡਾ ਜੰਜੀਰੀ ਟਾਂਕਾ। ਹੁਣ ਜੰਜੀਰੀ ਟਾਂਕਾ ਕੀ ਹੁੰਦਾ, ਜੰਜੀਰੀ ਟਾਂਕਾ ਸੰਗਲ ਟਾਂਕਾ, ਠੀਕ ਹੈ। ਹੁਣ ਆਪਾਂ ਸੂਈ ਦੇ ਅੱਗੇ ਧਾਗਾ ਕਰਕੇ ਜੰਜੀਰੀ ਟਾਂਕਾ ਬਣਾਉਂਦੇ ਆ, ਜੰਜੀਰ ਦੀ ਤਰ੍ਹਾਂ, ਸੰਗਲ ਦੀ ਤਰ੍ਹਾਂ ਲੱਗਦਾ, ਤਾਂ ਹੀ ਕਰਕੇ ਇਹਨੂੰ ਜੰਜੀਰੀ ਟਾਂਕਾ ਬੋਲਦੇ ਆ। ਹੁਣ ਉਹ ਕੀ ਹੁੰਦਾ ਹੈ, ਉਹਨੂੰ ਅਸੀਂ ਕਿਹਦੇ ਅੰਡਰ ਲੈਂਦੇ ਆ, ਉਹ ਸਾਡਾ ਲੂਪ ਸਟਿਚ ਦੇ ਅੰਡਰ ਆਂਦਾ ਹੈ, ਕਿਉਂਕਿ ਅਸੀਂ ਲੂਪਿੰਗ ਕਰਦੇ, ਮਤਲਬ ਕਿ ਧਾਗਾ ਅੱਗੋਂ ਦੀ ਘੁਮਾਉਂਦੇ ਹੋਏ ਕੀ ਆ, ਚੇਨ ਸਟਿਚ ਬਣਾਉਂਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ ਆ ਚੇਨ ਗੰਢ ਟਾਂਕਾ। ਹੁਣ ਜੋ ਚੇਨ ਹੈ, ਚੇਨ ਦੇ ਉੱਪਰ ਗੰਢ ਬਣਦੀ ਹੈ, ਇਹਦੀ ਗੰਢ ਜੋ ਹੈ ਚੇਨ ਦੇ ਉੱਪਰ ਬਣਦੀ ਹੈ, ਤਾਂ ਕਰਕੇ ਇਹਨੂੰ ਕੀ ਆ, ਆਪਾਂ ਚੇਨ ਸਟਿਚ ਦੇ ਅੰਡਰ ਲੈਂਦੇ ਆ, ਠੀਕ ਹੈ। ਚੇਨ ਸਟਿਚ ਦੇ ਅੰਡਰ ਲੈਂਦੇ ਆ ਕਿਉਂਕਿ ਇਹਦੀ ਵੇਰੀਏਸ਼ਨ ਜੋ ਹੁੰਦੀ ਆ ਉਹ ਚੇਨ ਸਟਿਚ ਦੇ ਉੱਪਰ ਗੰਢ ਦੀ ਵੇਰੀਏਸ਼ਨ ਹੁੰਦੀ ਹੈ ਕਿ ਇਹਦੇ ਉੱਪਰ ਨੋਟ ਬਣ ਜਾਂਦੀ ਹੈ, ਤੇ ਜਿਹਦੇ ਕਰਕੇ ਕੀ ਹੈ, ਅਸੀਂ ਕੀ ਕਰਦੇ ਆ, ਇਹਨੂੰ ਲੂਪ ਸਟਿਚ ਦੇ ਅੰਡਰ ਜੋ ਆ ਕਾਊਂਟ ਕਰਦੇ ਆ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਵੀ ਟੀਅਰ ਸਟਿਚ। ਹੁਣ ਵੀ ਟੀਅਰ ਸਟਿਚ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਵੀ ਟੀਅਰ ਸਟਿਚ ਦੀ, ਕਿ ਲੇਜ਼ੀ ਡੇਜ਼ੀ ਦੇ ਕੀ ਚੇਨ ਸਟਿਚ ਦੇ ਟਾਂਕੇ ਪਾਉਂਦੇ ਹੋਏ ਉਹ ਸਾਈਡਾਂ ਤੇ ਕੀ ਆ, ਉਹਦੀਆਂ ਪੂੰਛਾਂ ਕੱਢੀਆਂ ਹੋਈਆਂ ਨੇ, ਚੇਨ ਸਟਿਚ ਦੀ ਲਾਈਨ ਪਾ ਕੇ ਸਾਈਡਾਂ ਤੇ ਆਪਾਂ ਪੂੰਛਾਂ ਜੀਆਂ ਕੱਢ ਦਿੰਦੇ ਆ। ਤਾਂ ਉਹ ਸਾਡਾ ਜੋ ਹੁੰਦਾ ਹੈ ਉਹ ਕਿਹੜਾ ਟਾਂਕਾ ਹੁੰਦਾ, ਵੀ ਟੀਅਰ ਸਟਿਚ ਬਣ ਜਾਂਦਾ। ਵੀ ਟੀਅਰ ਇਹਨੂੰ ਤਾਂ ਬੋਲਦੇ ਆ, ਕਣਕ ਦੇ ਛਿੱਟੇ ਵਰਗਾ ਲੱਗਦਾ ਹੈ, ਇਸ ਕਰਕੇ ਇਹਨੂੰ ਬੋਲਦੇ ਆ ਵੀ ਟੀਅਰ ਸਟਿਚ। ਔਰ ਇਹ ਜੋ ਸਟਿਚ ਹੈ ਉਹ ਸਾਡਾ ਕਿਹਦੇ ਅੰਡਰ ਆਂਦਾ, ਵੀ ਟੀਅਰ ਸਟਿਚ ਸਾਡਾ ਲੂਪ ਸਟਿਚ ਦੇ ਅੰਡਰ ਆਂਦਾ। ਉਸ ਤੋਂ ਬਾਅਦ ਨੈਕਸਟ ਹੈਗਾ ਪੈਕਨੀਸ ਟਾਂਕਾ। ਹੁਣ ਪੈਕਨੀਸ ਟਾਂਕਾ ਕੀ ਹੈ, ਪੈਕਨੀਸ ਟਾਂਕਾ ਹੈਗਾ ਜਦੋਂ ਆਪਾਂ ਚੇਨ ਸਟਿਚ ਬਣਾ ਲੈਂਦੇ ਆ, ਪਹਿਲੀ ਲਾਈਨ ਕੀ ਆ, ਚੇਨ ਸਟਿਚ ਦੀ ਬਣਾ ਲੈਂਦੇ ਆ, ਸੈਕੰਡ ਕਲਰ ਦੇ ਥ੍ਰੈਡ ਦੇ ਨਾਲ ਆਪਾਂ ਲੂਪਿੰਗ ਕਰਦੇ ਜਾਂਦੇ ਆ, ਥ੍ਰੈਡ ਨੂੰ ਕੀ ਆ, ਲੂਪਿੰਗ ਕਰਦੇ ਜਾਂਦੇ ਆ, ਲੂਪ ਬਣਾਉਂਦੇ ਜਾਂਦੇ ਆ, ਉਹ ਸਾਡਾ ਕਿਹੜਾ ਸਟਿਚ ਬਣ ਜਾਂਦਾ, ਪੈਕਨੀਸ ਟਾਂਕਾ ਬਣ ਜਾਂਦਾ ਹੈ, ਠੀਕ ਹੈ। ਔਰ ਇਹ ਕਿਹਦੇ ਵਾਸਤੇ ਯੂਜ਼ ਹੁੰਦਾ ਹੈ, ਬਾਰਡਰ ਲਾਈਨਸ ਬਣਾਉਣ ਵਾਸਤੇ, ਸਜਾਉਣ ਵਾਸਤੇ ਕੀ ਹੈ, ਪੈਕਨੀਸ ਟਾਂਕਾ ਯੂਜ਼ ਹੁੰਦਾ ਹੈ। ਹੁਣ ਕਿਉਂਕਿ ਇਹਨੂੰ ਚੇਨ ਸਟਿਚ ਦੇ ਉੱਪਰ ਵੇਰੀਏਸ਼ਨ ਕੀਤੀ ਹੋਈ ਹੈ, ਤਾਂ ਕੀ ਇਹਦੇ ਅੰਡਰ ਆਂਦਾ, ਇਹ ਸਾਡਾ ਆਂਦਾ ਹੈ ਪੈਕਨੀਸ ਸਟਿਚ ਦੇ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਹੈ ਜ਼ਿਗਜ਼ੈਗ ਚੇਨ ਸਟਿਚ। ਹੁਣ ਜ਼ਿਗਜ਼ੈਗ ਚੇਨ ਸਟਿਚ ਕੀ ਹੁੰਦੀ ਹੈ, ਜ਼ਿਗਜ਼ੈਗ ਚੇਨ ਸਟਿਚ ਹੁੰਦੀ ਹੈ
ਜਦੋਂ ਚੇਨ ਦਾ ਹੀ ਵੇਰੀਏਸ਼ਨ ਨੂੰ ਆਪਾਂ ਜ਼ਿਗਜ਼ੈਗ ਤਰੀਕੇ ਨਾਲ ਬਣਾਉਂਦੇ ਆ, ਚੇਨ ਦੀ ਵੇਰੀਏਸ਼ਨ ਜ਼ਿਗਜ਼ੈਗ ਤਰੀਕੇ ਨਾਲ ਬਣਾ ਦਿੰਦੇ ਆ, ਤਾਂ ਉਹ ਕੀ ਹੁੰਦੀ ਹੈ ਸਾਡੀ ਜ਼ਿਗਜ਼ੈਗ ਚੇਨ ਸਟਿਚ। ਕਿਉਂਕਿ ਚੇਨ ਸਟਿਚ ਹੀ ਹੈ ਸਾਡੀ ਵੇਰੀਏਸ਼ਨ ਔਰ ਇਹਨੂੰ ਸਿਰਫ ਜ਼ਿਗਜ਼ੈਗ ਹੀ ਤਰੀਕੇ ਨਾਲ ਅਸੀਂ ਬਣਾ ਰਹੇ ਆ, ਤਾਂ ਇਹ ਕਿਹਦੇ ਅੰਡਰ ਆਂਦਾ ਹੈ, ਸਾਡਾ ਲੂਪ ਸਟਿਚ ਦੇ ਅੰਡਰ ਆ ਜਾਂਦਾ ਸਟਿਚ, ਕਿਉਂਕਿ ਚੇਨ ਸਟਿਚ ਨੂੰ ਪ੍ਰਮੁੱਖ ਰੱਖਿਆ ਹੋਇਆ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਡਿਟੈਚਡ ਚੇਨ ਸਟਿਚ। ਹੁਣ ਡਿਟੈਚਡ ਚੇਨ ਸਟਿਚ ਕੀ ਹੁੰਦਾ ਹੈ, ਜਦੋਂ ਆਪਾਂ ਕਿਸੇ ਜਗ੍ਹਾ ਦੀ ਭਰਾਈ ਕਰਨੀ ਹੋਵੇ, ਬਹੁਤ ਜਗ੍ਹਾ ਖਾਲੀ ਰਹਿੰਦੀ ਹੋਵੇ, ਤਾਂ ਆਪਾਂ ਉੱਥੇ ਇਸ ਸਟਿਚ ਦੀ ਯੂਜ਼ ਕਰ ਸਕਦੇ ਆ। ਜਾਂ ਤਾਂ ਆਪਾਂ ਸੀਡ ਸਟਿਚ ਯੂਜ਼ ਕਰ ਸਕਦੇ ਆ। ਸੀਡ ਸਟਿਚ ਕੀ ਹੈ, ਸਾਡਾ ਫਲੈਟ ਟਾਂਕਾ ਹੈ, ਉਹਨੂੰ ਕੀ ਆ ਅਸੀਂ ਫਲੈਟ ਟਾਂਕੇ ਟੇਢੇ ਮੇਢੇ ਪਾ ਕੇ ਕੀ ਆ ਸੀਡ ਸਟਿਚ ਯੂਜ਼ ਕਰ ਦਿੰਦੇ ਆ, ਫਲੈਟ ਟਾਂਕੇ ਵਿੱਚ ਸੀਡ ਸਟਿਚ ਨੂੰ ਯੂਜ਼ ਕਰ ਦਿੰਦੇ ਆ। ਬਟ ਡਿਟੈਚਡ ਚੇਨ ਸਟਿਚ ਉਹ ਹੁੰਦਾ ਜਿਹਦੇ ਵਿੱਚ ਅਸੀਂ ਚੇਨ ਸਟਿਚ ਦੇ ਜੋ ਟਾਂਕੇ ਆ ਉਹ ਸਿੰਗਲ ਪਾਉਂਦੇ ਹੋਏ, ਟੇਢੇ ਮੇਢੇ ਪਾਉਂਦੇ ਹੋਏ ਚੀਜ਼ਾਂ ਨੂੰ ਫਿਲ ਕਰ ਦਿੰਦੇ ਆ, ਤਾਂ ਉਹ ਸਾਡਾ ਆ ਜਾਂਦਾ ਡਿਟੈਚਡ ਚੇਨ ਸਟਿਚ। ਹੁਣ ਇਹ ਜੋ ਚੇਨ ਸਟਿਚ ਹੈ ਕਿਹਦੇ ਅੰਡਰ ਆਏਗੀ, ਲੂਪ ਸਟਿਚ ਦੇ ਅੰਡਰ ਆਏਗੀ, ਕਿਉਂਕਿ ਧਾਗੇ ਨੂੰ ਸੂਈ ਦੇ ਅੱਗੇ ਘੁਮਾ ਕੇ ਕੀ ਹੈ ਇਹ ਜੋ ਚੇਨ ਸਟਿਚ ਹੈ ਸਿੰਗਲ ਪਾਇਆ ਜਾਂਦਾ ਹੈ, ਸਿੰਗਲ ਬਣਾਇਆ ਜਾਂਦਾ, ਔਰ ਇਹ ਲੂਪ ਸਟਿਚ ਦਾ ਟਾਂਕਾ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਮੈਜਿਕ ਚੇਨ ਸਟਿਚ। ਹੁਣ ਮੈਜਿਕ ਚੇਨ ਸਟਿਚ ਇਹਦਾ ਨਾਮ ਮੈਜਿਕ ਚੇਨ ਸਟਿਚ ਕਿਉਂ ਆ, ਕਿਉਂਕਿ ਮੈਜਿਕਲੀ ਜੋ ਹੈ ਜਾਦੂਈ ਤਰੀਕੇ ਨਾਲ ਧਾਗਾ ਕੀ ਹੈ ਚੇਂਜ ਦਾ, ਧਾਗੇ ਦਾ ਕਲਰ ਚੇਂਜ ਹੁੰਦਾ ਹੈ। ਪਹਿਲਾਂ ਹੀ ਸੂਈ ਦੇ ਵਿੱਚ 2 ਕਲਰ ਦੇ ਥ੍ਰੈਡ ਪਾਏ ਹੁੰਦੇ ਨੇ, ਪਰ ਜਦੋਂ ਲੂਪਿੰਗ ਬਣਾਉਂਦੇ ਨੇ ਕੀ ਕਰਦੇ ਨੇ, ਇੱਕ ਕਲਰ ਦੇ ਥ੍ਰੈਡ ਨਾਲ ਕੀ ਹੈ ਲੂਪ ਬਣਾਉਂਦੇ ਨੇ ਔਰ ਦੂਸਰੇ ਧਾਗੇ ਨੂੰ ਫਲੈਟਲੀ ਖਿੱਚ ਲੈਂਦੇ ਨੇ। ਪਰ ਜਦੋਂ ਦੂਜੀ ਵਾਰੀ ਚੇਨ ਬਣਾਉਂਦੇ ਨੇ ਦੂਸਰੇ ਕਲਰ ਦਾ ਧਾਗਾ ਕੀ ਹੈ ਲੂਪ ਬਣਾਉਂਦੇ ਨੇ, ਅੱਗੇ ਨੂੰ ਟਰਨ ਕਰਦੇ ਨੇ ਔਰ ਧਾਗਾ ਖਿੱਚ ਲੈਂਦੇ ਨੇ, ਇੱਕ ਫਲੈਟ ਹੀ ਨਿਕਲ ਜਾਂਦਾ ਧਾਗਾ, ਇੱਕ ਦਾ ਲੂਪ ਬਣ ਜਾਂਦਾ ਹੈ। ਔਰ ਇਹ ਸਟਿਚ ਕੀ ਹੈ ਮੈਜੀਕਲੀ ਲੱਗਦੀ ਹੈ ਕਿ ਇਹ 2 ਕਲਰ ਦੇ ਥ੍ਰੈਡ ਇੱਕ ਸਟੈਪ ਦੇ ਵਿੱਚ ਕਿਵੇਂ ਹੋ ਰਿਹਾ ਹੈ, ਇਸ ਕਰਕੇ ਕੀ ਹੈ ਇਹ ਮੈਜਿਕ ਚੇਨ ਟਾਂਕਾ ਹੁੰਦਾ ਹੈ ਔਰ ਇਹ ਕੀ ਹੈ ਆਪਣਾ ਲੂਪ ਸਟਿਚ ਦੇ ਅੰਡਰ ਆਉਂਦਾ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਇੰਟਰਲੈਸਡ ਚੇਨ ਟਾਂਕਾ। ਹੁਣ ਇੰਟਰਲੈਸਡ ਚੇਨ ਟਾਂਕਾ ਕੀ ਹੁੰਦਾ, ਹੁਣ ਇਹ ਦੇਖਣ ਨੂੰ ਤੁਸੀਂ ਕਹੋਗੇ ਮੈਡਮ ਪਿਕਚਰ 'ਚ ਤਾਂ ਸਾਨੂੰ ਕੁਝ ਨਹੀਂ ਸਮਝ ਆ ਰਿਹਾ ਵੀ ਇਹ ਇੰਟਰਲੈਸਡ ਚੇਨ ਟਾਂਕਾ ਕੀ ਹੁੰਦਾ, ਪਿਕਚਰ ਤੁਹਾਨੂੰ ਦਿਖ ਰਹੀ ਹੈ ਬਟ ਸਮਝ ਨਹੀਂ ਆ ਰਿਹਾ ਹੋਣਾ, ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿੱਦਾਂ ਪੈਂਦਾ ਹੈ। ਇਹਦਾ ਇਹ ਪੈਂਦਾ ਹੈ ਜਦੋਂ ਆਪਾਂ ਚੇਨ ਸਟਿਚ ਦੀ ਇੱਕ ਲਾਈਨ ਬਣਾ ਦਿੰਦੇ ਆ, ਠੀਕ ਹੈ, ਸਭ ਤੋਂ ਪਹਿਲਾਂ ਚੇਨ ਸਟਿਚ ਦੀ ਲਾਈਨ ਬਣਾਉਂਦੇ ਆ, ਤਾਂ ਇੱਕ ਲਾਈਨ ਜਦੋਂ ਚੇਨ ਸਟਿਚ ਦੇ ਇਦਾਂ 2 ਪਾਰਟ ਹੋ ਜਾਂਦੇ ਨੇ, ਠੀਕ ਹੈ, ਤਾਂ 2 ਪਾਰਟ ਹੋ ਜਾਂਦੇ, ਜਦੋਂ ਇੱਕ ਪਾਰਟ ਨੂੰ ਅਸੀਂ ਲੂਪ ਕਰਦੇ ਆ, ਇੱਕ ਪਾਰਟ ਨੂੰ ਲੂਪਿੰਗ ਕਰਦੇ ਆ, ਠੀਕ ਹੈ, ਔਰ ਦੂਜੀ ਸਾਈਡ ਤੋਂ ਫੇਰ ਦੂਜੇ ਪਾਰਟ ਨੂੰ ਲੂਪ ਕਰ ਦਿੰਦੇ ਆ, ਤਾਂ ਕੀ ਹੈ ਸਾਡਾ ਇੰਟਰਲੈਸਡ ਚੇਨ ਟਾਂਕਾ ਜੋ ਆ ਉਹ ਤਿਆਰ ਹੋ ਜਾਂਦਾ ਹੈ। ਔਰ ਇਹਨੂੰ ਕੀ ਹੈ ਬਹੁਤ ਵਧੀਆ ਵੇਰੀਏਸ਼ਨਸ ਦੇ ਵਿੱਚ ਗਿਣਿਆ ਜਾਂਦਾ, ਬਾਰਡਰ ਲਾਈਨਸ ਬਣ ਜਾਂਦੀਆਂ ਨੇ ਇਹਦੀਆਂ ਚੇਨ ਸਟਿਚ ਦੀਆਂ ਔਰ ਬੜਾ ਪਿਆਰਾ ਟਾਂਕਾ ਲੱਗਦਾ ਹੈ ਇਹ ਕੀ ਹੈ ਸਾਡਾ ਲੂਪ ਟਾਂਕਾ। ਉਸ ਤੋਂ ਬਾਅਦ ਆਂਦਾ ਰੇਜ਼ਡ ਚੇਨ ਬੈਂਡ। ਹੁਣ ਰੇਜ਼ਡ ਚੇਨ ਬੈਂਡ ਕੀ ਹੈ, ਪਿਕਚਰ ਤੁਹਾਡੇ ਕੋਲ ਦਿਖ ਰਹੀ ਹੈ ਪਰ ਤੁਹਾਨੂੰ ਟਾਂਕਾ ਨਹੀਂ ਪਤਾ ਲੱਗ ਰਿਹਾ ਟਾਂਕਾ ਕਿਵੇਂ ਪੈਂਦਾ ਹੈ। ਇਹ ਟਾਂਕਾ ਕਿਵੇਂ ਪੈਂਦਾ ਹੈ, ਟਾਂਕਾ ਪੈਂਦਾ ਹੈ ਆਪਾਂ ਸਿੱਧੇ ਟਾਂਕੇ ਨਾਲ ਦੇ ਨਾਲ ਲੈਂਦੇ ਜਾਂਦੇ ਆ, ਠੀਕ ਹੈ, ਸਿੱਧੇ ਟਾਂਕੇ ਨਾਲ ਦੇ ਨਾਲ ਇੱਕ ਲਾਈਨ ਬਣਾ ਲੈਂਦੇ ਆ, ਉਹਦੇ ਉੱਪਰ ਕੀ ਹੈ ਸਿੱਧੇ ਟਾਂਕਿਆਂ ਦੇ ਉੱਪਰ ਇੱਕ ਵਾਰ ਚੇਨ ਇੱਧਰ ਨੂੰ, 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 ਏਦਾਂ ਜ਼ਿਗਜ਼ੈਗਿੰਗ ਕਰਦੇ ਹੋਏ ਜਦੋਂ ਆਪਾਂ ਚੇਨ ਸਟਿਚ ਬਣਾਉਂਦੇ ਆ ਤਾਂ ਇਹਦੇ ਉੱਪਰ ਇਹ ਜਿਹੜਾ ਹੈ ਸਾਡਾ ਰੇਜ਼ਡ ਚੇਨ ਬੈਂਡ ਬਣ ਜਾਂਦਾ ਹੈ। ਔਰ ਇਹ ਟਾਂਕਾ ਕੀ ਹੈ ਬਾਰਡਰ ਲਾਈਨ ਲਈ ਯੂਜ਼ ਕੀਤਾ ਜਾਂਦਾ ਹੈ ਔਰ ਇਹਦੇ ਚ 2 ਕਲਰ ਦਾ 2 ਥ੍ਰੈਡ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਔਰ ਇਹ ਸਾਡਾ ਕਿਹੜਾ ਸਟਿਚ ਹੋ ਜਾਂਦਾ ਲੂਪ ਸਟਿਚ। ਹੁਣ ਉਸ ਤੋਂ ਬਾਅਦ ਹੈਗਾ ਬ੍ਰੇਡਡ ਚੇਨ ਸਟਿਚ। ਹੁਣ ਬ੍ਰੇਡਡ ਕੀ ਹੁੰਦਾ, ਬ੍ਰੇਡ ਹੁੰਦੀ ਹੈ ਗੁੱਤ, ਠੀਕ ਹੈ, ਬ੍ਰੇਡਡ ਚੇਨ ਸਟਿਚ ਇਹ ਜੋ ਸਟਿਚ ਹੈ ਇਹ ਥੋੜਾ ਟਫ ਸਟਿਚ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਕੀ ਹੈ ਜਦੋਂ ਆਪਾਂ ਚੇਨ ਸਟਿਚ ਪਾਉਂਦੇ ਆ ਉਹਨੂੰ ਡਬਲ ਤਰੀਕੇ ਨਾਲ ਲਿਆ ਜਾਂਦਾ, ਠੀਕ ਹੈ, ਚੇਨ ਸਟਿਚ ਪਾਉਂਦੇ ਆ ਜਦੋਂ ਅਗਲੀ ਚੇਨ ਸਟਿਚ ਪਾਉਂਦੇ ਆ ਤਾਂ ਇੱਕ ਲੂਪ ਵਿੱਚੋਂ ਦਿਓ ਪਹਿਲੇ ਦਾ ਛੱਡਿਆ ਜਾਂਦਾ, ਫਿਰ ਉਹਦੇ ਵਿੱਚੋਂ ਦਿਓ ਕੀ ਆ ਉਹਨੂੰ ਡਬਲ ਚੇਨ ਕੀਤੀ ਜਾਂਦੀ ਆ, ਜਿਹਦੇ ਕਰਕੇ ਚੇਨ ਸਟਿਚ ਦੀ ਵੇਰੀਏਸ਼ਨ ਮੋਟੀ ਬਣਦੀ ਹੈ, ਠੀਕ ਹੈ, ਮੋਟੀ ਵੇਰੀਏਸ਼ਨ ਬਣਦੀ ਹੈ, ਵਿੱਚ ਛੋਟੀ ਬਣਦੀ ਹੈ, ਬਾਹਰ ਮੋਟੀ ਵੇਰੀਏਸ਼ਨਸ ਬਣਦੀ ਹੈ ਔਰ ਇੱਕਦਮ ਗੁੱਤ ਦੀ ਤਰ੍ਹਾਂ ਨਜ਼ਰ ਆਉਂਦੀ ਹੈ, ਡਬਲ ਚੇਨ ਦੀ ਤਰ੍ਹਾਂ ਬਣਦੀ ਹੈ ਪਰ ਡਬਲ ਚੇਨ ਨਹੀਂ ਹੁੰਦਾ ਹੈ, ਇਹਦੀ ਵੇਰੀਏਸ਼ਨਸ ਨੂੰ ਫਰਕ ਹੁੰਦਾ ਹੈ। ਔਰ ਇਹਨੂੰ ਕੀ ਦੇ ਅੰਡਰ ਲਿਆ ਜਾਂਦਾ ਹੈ, ਇਹਨੂੰ ਲਿਆ ਜਾਂਦਾ ਹੈ ਲੂਪ ਸਟਿਚ ਦੇ ਅੰਡਰ ਲਿਆ ਜਾਂਦਾ ਹੈ। ਇਸਨੂੰ ਹੰਗੇਰੀਅਨ ਚੇਨ ਸਟਿਚ ਵੀ ਕਿਹਾ ਜਾਂਦਾ ਹੈ। ਹੰਗੇਰੀਅਨ ਚੇਨ ਸਟਿਚ ਇਸ ਲਈ ਬੋਲਦੇ ਆ ਕਿਉਂਕਿ ਉਧਰ ਇਹਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ।
ਹੁਣ ਉਸ ਤੋਂ ਬਾਅਦ ਇਹਨੂੰ ਬਟ ਆਂਦਾ ਹੈ ਤੁਹਾਡਾ ਬਟਰਫਲਾਈ ਚੇਨ ਸਟਿਚ। ਹੁਣ ਬਟਰਫਲਾਈ ਚੇਨ ਸਟਿਚ ਕੀ ਹੈ? ਬਟਰਫਲਾਈ ਚੇਨ ਸਟਿਚ ਹੈਗੀ ਆ ਕਿ ਜਦੋਂ ਆਪਾਂ 3 ਟਾਂਕੇ ਲੈ ਕੇ ਉਹਦੇ ਉੱਪਰ ਸੈਂਟਰ ਵਿੱਚੋਂ ਚੇਨ ਸਟਿਚ ਬਣਾਉਂਦੇ ਜਾਂਦੇ ਆ ਤਾਂ ਉਹ ਸਾਡਾ ਕੀ ਬਣ ਜਾਂਦਾ? ਉਹ ਸਾਡਾ ਬਣ ਜਾਂਦਾ ਚੇਨ ਸਟਿਚ। ਬਟਰਫਲਾਈ ਚੇਨ ਸਟਿਚ ਬਣ ਜਾਂਦਾ, ਮਤਲਬ ਕਿ ਸੈਂਟਰ ਚੋਂ ਕੀ ਹੈ ਟਾਂਕਾ ਇਕੱਠਾ ਹੋਣ ਲੱਗ ਜਾਂਦਾ, ਬਾਹਰ ਤੋਂ ਖਿਲ ਰਿਹਾ ਹੋਇਆ ਨਜ਼ਰ ਆਉਂਦਾ ਬਟ ਸੈਂਟਰ ਚੋਂ ਟਾਈਟ ਨਜ਼ਰ ਆਉਂਦਾ, ਔਰ ਇਹ ਸਾਡਾ ਕੀ ਹੈ? ਸਾਡਾ ਲੂਪ ਸਟਿਚ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਈਸਟਰਨ ਸਟਿਚ। ਹੁਣ ਇਹ ਈਸਟਰਨ ਸਟਿਚ ਹੈ, ਇਹ ਵੀ ਟਫ ਸਟਿਚ ਹੈ। ਇਹ ਕਿਵੇਂ ਬਣਦਾ ਹੈ? ਇਹ ਬਣਦਾ ਹੈ ਬਾਕਸ ਬਣਾਉਂਦੇ ਹੋਏ, ਇੱਕ ਲਾਈਨ ਇੱਧਰ ਨੂੰ ਇੱਕ ਲਾਈਨ ਇੱਧਰ ਨੂੰ ਬਣਾਉਂਦੇ ਆ, ਇੱਧਰ ਸੂਈ ਕੱਢ ਕੇ ਇੱਧਰੋਂ ਵੀ ਲੂਪਿੰਗ ਕਰਦੇ ਆ ਉਧਰੋਂ ਵੀ ਲੂਪਿੰਗ ਕਰਦੇ ਆ, ਮਤਲਬ ਕਿ ਇੱਧਰਲੇ ਟਾਂਕੇ ਦੀ ਵੀ ਲੂਪ ਹੋ ਜਾਂਦੀ ਹੈ, ਇੱਧਰਲੇ ਟਾਂਕੇ ਦੀ ਵੀ ਲੂਪ ਹੋ ਜਾਂਦੀ ਹੈ, ਔਰ ਉੱਥੇ ਬੰਦ ਕੀਤਾ ਜਾਂਦਾ ਹੈ। ਏਦਾਂ ਇਹਨੂੰ ਬਾਕਸ ਦੇ ਵਿੱਚ, ਬਾਕਸ ਟਾਂਕਿਆਂ ਦੇ ਵਿੱਚ ਲੂਪਿੰਗ ਕਰਦੇ ਹੋਏ ਬਣਾਉਂਦੇ ਆ। ਇਹ ਥੋੜਾ ਟਫ ਸਟਿਚ ਹੁੰਦਾ ਹੈ ਬਟ ਇਹ ਸੋਹਣਾ ਬਹੁਤ ਲੱਗਦਾ ਹੈ। ਈਸਟਰਨ ਸਟਿਚ ਬੋਲਦੇ ਆ ਇਹਨੂੰ। ਔਰ ਇਹ ਕਿਹਦੇ ਵਾਸਤੇ ਯੂਜ਼ ਹੁੰਦਾ? ਬਾਰਡਰ ਵਾਸਤੇ ਯੂਜ਼ ਹੁੰਦਾ। ਹੁਣ ਇਹਦੇ ਉੱਪਰ ਕੀ ਹੈ? ਲੂਪਿੰਗ ਕੀਤੀ ਜਾਂਦੀ ਹੈ, ਚੇਨ ਸਟਿਚ ਦੀ ਫਾਰਮੈਟ ਯੂਜ਼ ਕੀਤਾ ਜਾਂਦਾ ਹੈ, ਤਾਂ ਕਰਕੇ ਕੀ ਹੈ ਇਹ ਸਾਡਾ ਲੂਪ ਸਟਿਚ ਦੇ ਅੰਡਰ ਆਂਦਾ ਟਾਂਕਾ। ਹੁਣ ਉਸ ਤੋਂ ਬਾਅਦ ਆਂਦਾ ਹੈ ਲੂਪਡ ਰਨਿੰਗ। ਹੁਣ ਲੂਪਡ ਰਨਿੰਗ ਕੀ ਹੁੰਦਾ ਹੈ? ਲੂਪਡ ਰਨਿੰਗ ਸਟਿਚ ਜਿਹੜਾ ਹੁੰਦਾ ਉਹ ਰਨਿੰਗ ਸਟਿਚ ਪਾ ਕੇ ਉਹਦੇ ਉੱਪਰ ਲੂਪਿੰਗ ਕੀਤੀ ਜਾਂਦੀ ਹੈ, ਠੀਕ ਹੈ, ਉਹਦੇ ਉੱਪਰ ਲੂਪਿੰਗ ਕੀਤੀ ਜਾਂਦੀ ਹੈ, ਲੂਪ ਬਣਾਇਆ ਜਾਂਦਾ ਉਹਦੇ ਉੱਪਰ, ਤਾਂ ਕੀ ਹੈ ਉਹਦੀ ਜੋ ਲੂਪਿੰਗ ਹੋ ਜਾਂਦੀ ਆ ਉਹਦੇ ਕਰਕੇ ਇਹ ਜੋ ਸਟਿਚ ਹੈ ਸਾਡਾ ਕਿਹਦੇ ਅੰਡਰ ਆਂਦਾ ਹੈ? ਇਹ ਆ ਜਾਂਦਾ ਸਾਡਾ ਲੂਪ ਸਟਿਚ ਦੇ ਅੰਦਰ, ਕਿਉਂਕਿ ਲੂਪ ਹੋ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਫਲਾਈ ਟਾਂਕਾ। ਹੁਣ ਫਲਾਈ ਸਟਿਚ ਧਾਗੇ ਨੂੰ ਕੀ ਹੈ ਆਪਾਂ ਵੀ ਬਣਾਉਂਦੇ ਆ, ਵੀ ਬਣਾ ਕੇ ਟਾਂਕਾ ਲੈਂਦੇ ਆ, ਹੈ ਨਾ, ਵੀ ਬਣਾ ਰਹੇ ਆ ਔਰ ਉਹਨੂੰ ਟਾਂਕੇ ਨੂੰ ਬੰਦ ਕਰ ਰਹੇ ਆ, ਫੇਰ ਨੀਚੇ ਵੀ ਬਣਾ ਰਹੇ ਆ ਟਾਂਕੇ ਨੂੰ ਬੰਦ ਕਰ ਰਹੇ ਆ, ਫੇਰ ਨੀਚੇ ਵੀ ਬਣਾ ਰਹੇ ਆ ਟਾਂਕੇ ਨੂੰ ਬੰਦ ਕਰ ਰਹੇ ਆ। ਯਾਨੀ ਕਿ ਕੀ ਹੈ ਵੀ ਕਿੱਦਾਂ ਬਣਾਉਂਦੇ ਆਪਾਂ? ਸੂਈ ਦੇ ਨੋਕ ਨੂੰ ਅੱਗੇ ਕਰਦੇ ਹੋਏ, ਠੀਕ ਹੈ, ਟਾਂਕੇ ਨੂੰ ਅੱਗੇ ਕਰਦੇ ਹੋਏ। ਜਦੋਂ ਇਹ ਫਾਰਮੈਟ ਯੂਜ਼ ਕੀਤੀ ਜਾਂਦੀ ਹੈ ਧਾਗੇ ਨੂੰ ਅੱਗੇ ਕੀਤਾ ਜਾਂਦਾ ਹੈ ਤਾਂ ਫਲਾਈ ਸਟਿਚ ਆਪਣਾ ਕੀ ਹੋ ਜਾਂਦਾ? ਲੂਪ ਸਟਿਚ ਹੋ ਜਾਂਦਾ ਹੈ। ਇਹ ਲੂਪ ਸਟਿਚ ਦੇ ਅੰਡਰ ਜੋ ਹੈ ਸਟਿਚ ਆਉਂਦਾ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਹੈ ਕਲੋਜ਼ਡ ਫੈਦਰ ਸਟਿਚ। ਹੁਣ ਕਲੋਜ਼ਡ ਫੈਦਰ ਸਟਿਚ ਕੀ ਹੈ? ਜੋ ਕਲੋਜ਼ਲੀ ਫੈਦਰ ਕੀਤਾ ਜਾਂਦਾ, ਬੁਣਿਆ ਜਾਂਦਾ, ਉਹਨੂੰ ਕੀ ਬੋਲਦੇ ਆ? ਕਲੋਜ਼ਡ ਫੈਦਰ ਸਟਿਚ। ਇਹਦੇ ਨਾਲ ਕੀ ਆ ਆਪਾਂ ਬਾਰਡਰ ਬਣਾ ਸਕਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ ਵਿਪਡ ਫਲਾਈ ਸਟਿਚ। ਹੁਣ ਫਲਾਈ ਸਟਿਚ ਆਪਾਂ ਪਾਇਆ, ਠੀਕ ਹੈ, ਪਹਿਲਾਂ ਆਪਾਂ ਫਲਾਈ ਸਟਿਚ ਪਾਇਆ, ਉਹਦੇ ਉੱਪਰ ਕੀ ਕੀਤਾ? ਉਹਨੂੰ ਸਕਰੋਲਿੰਗ ਕਰ ਦਿੱਤੀ, ਵਿਪਡ ਕਰ ਦਿੱਤਾ, ਅਲੱਗ ਕਲਰ ਦੇ ਧਾਗੇ ਨਾਲ ਵਿਪਡ ਕਰ ਦਿੱਤਾ, ਤਾਂ ਕੀ ਹੋ ਗਿਆ ਸਾਡਾ? ਵਿਪਡ ਫਲਾਈ ਟਾਂਕਾ ਬਣ ਗਿਆ। ਔਰ ਕਿਹਦੇ ਅੰਡਰ ਆ ਗਿਆ ਇਹ ਟਾਂਕਾ? ਸਾਡਾ ਆ ਗਿਆ ਲੂਪ ਸਟਿਚ ਦੇ ਅੰਡਰ। ਹੁਣ ਉਸ ਤੋਂ ਬਾਅਦ ਆਂਦਾ ਫੈਦਰ ਟਾਂਕਾ। ਹੁਣ ਫੈਦਰ ਟਾਂਕਾ ਜਦੋਂ ਆਪਾਂ ਸੂਈ ਦੇ ਅੱਗੇ ਨੂੰ ਧਾਗਾ ਕਰਦੇ ਹੋਏ ਇੱਕ ਇੱਧਰ ਨੂੰ ਇੱਕ ਇੱਧਰ ਨੂੰ ਇੱਕ ਇੱਧਰ ਨੂੰ ਇੱਕ ਇੱਧਰ ਨੂੰ ਫੈਦਰ ਟਾਂਕਾ ਬਣਾਉਂਦੇ ਆ, ਤਾਂ ਫੈਦਰ ਟਾਂਕੇ ਨੂੰ ਕਿਹਦੇ ਅੰਡਰ ਗਿਣਿਆ ਜਾਂਦਾ? ਫੈਦਰ ਟਾਂਕੇ ਨੂੰ ਲੂਪ ਸਟਿਚ ਦੇ ਅੰਡਰ ਗਿਣਿਆ ਜਾਂਦਾ, ਕਿਉਂਕਿ ਧਾਗੇ ਨੂੰ ਸੂਈ ਦੇ ਅੱਗੇ ਘੁਮਾਇਆ ਜਾਂਦਾ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਲੇਜ਼ੀ ਡੇਜ਼ੀ। ਹੁਣ ਲੇਜ਼ੀ ਡੇਜ਼ੀ ਜੋ ਸਟਿਚ ਹੈ, ਲੇਜ਼ੀ ਡੇਜ਼ੀ ਹੈ ਨਾ, ਇਸ ਤਰ੍ਹਾਂ ਬਣਦਾ, ਫਲਾਵਰ ਦੀ ਤਰ੍ਹਾਂ ਬਣਦਾ ਹੈ, ਲੇਜ਼ੀ ਡੇਜ਼ੀ ਦੇ ਫੁੱਲ ਦੀ ਤਰ੍ਹਾਂ ਲੱਗਦਾ, ਤਾਂ ਕਰਕੇ ਇਹਦਾ ਨਾਮ ਜੋ ਹੈ ਲੇਜ਼ੀ ਡੇਜ਼ੀ ਸਟਿਚ ਪਿਆ ਹੋਇਆ। ਔਰ ਲੂਪਿੰਗ ਬਣਦੀ ਹੈ, ਇਹਦੀ ਲੂਪ ਬਣਦੇ ਹੋਏ ਚੇਨ ਸਟਿਚ ਦੀ ਕੀ ਹੈ ਬੰਦ ਕੀਤਾ ਜਾਂਦਾ ਹੈ, ਇਹਦੇ ਨਾਲ ਨਾਲ ਏਦਾਂ ਸਰਕਲ ਬਣਾਉਂਦੇ ਹੋਏ ਚੇਨ ਸਟਿਚ ਨੂੰ ਯੂਜ਼ ਕੀਤਾ ਜਾਂਦਾ ਹੈ, ਤਾਂ ਕੀ ਹੈ ਸਾਡਾ ਲੂਪ ਸਟਿਚ ਹੈ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਡਬਲ ਲੇਜ਼ੀ ਡੇਜ਼ੀ। ਹੁਣ ਡਬਲ ਲੇਜ਼ੀ ਡੇਜ਼ੀ ਕੀ ਹੈ? ਜਦੋਂ ਆਪਾਂ ਲੇਜ਼ੀ ਡੇਜ਼ੀ ਦੇ ਟਾਂਕੇ 2 ਵਾਰ ਪਾ ਦਿੰਦੇ ਆ, ਇੱਕ ਵਾਰ ਛੋਟਾ ਇੱਕ ਵਾਰ ਉਸ ਤੋਂ ਵੱਡਾ, ਮਤਲਬ ਕਿ 2 ਸਟਿਚ ਯੂਜ਼ ਕਰਦੇ ਆ ਔਰ 2 ਟਾਂਕੇ ਪਾ ਦਿੰਦੇ ਆ, ਉਹਨੂੰ ਅਸੀਂ ਬੋਲਦੇ ਆ ਡਬਲ ਲੇਜ਼ੀ ਡੇਜ਼ੀ। ਹੁਣ ਚੇਨ ਸਟਿਚ ਦੀ ਫਾਰਮੈਟ ਹੈ ਔਰ ਚੇਨ ਸਟਿਚ ਦਾ ਟਾਂਕਾ ਯੂਜ਼ ਕੀਤਾ ਜਾਂਦਾ ਹੈ, ਇਸ ਕਰਕੇ ਕੀ ਹੈ ਸਾਡਾ ਲੂਪ ਸਟਿਚ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਪਿਕॉट ਟਾਂਕਾ। ਹੁਣ ਪਿਕॉट ਟਾਂਕਾ ਕੀ ਹੈ? ਦੇਖੋ ਤੁਹਾਡੇ ਕੋਲ ਸੂਈ ਦਿਖ ਰਹੀ ਹੈ, ਪਿੰਨ ਦਿਖ ਰਹੀ ਹੈ ਨਾ, ਇੱਕ ਪਿੰਨ ਫਸਾਈ ਹੋਈ ਹੈ, ਪਿੰਨ ਦੇ ਉੱਪਰ ਕੀ ਹੈ? ਟਾਂਕੇ ਨੂੰ ਏਦਾਂ ਘੁਮਾਇਆ ਹੋਇਆ, ਪਿੰਨ ਦੇ ਉੱਪਰ ਟਾਂਕੇ ਨੂੰ ਘੁਮਾ ਕੇ ਕੀ ਹੈ ਪਿਕॉट ਟਾਂਕਾ ਪਾਉਂਦੇ ਆ, ਮਤਲਬ ਕਿ ਭਰਾਈ ਕਰਦੇ ਆ ਉਹਦੀ, ਇਹਦੇ ਫਲਾਵਰਸ ਬਣ ਜਾਂਦੇ, ਪੱਤੇ ਬਣ ਜਾਂਦੇ ਬਹੁਤ ਸੋਹਣੇ। ਪਿਕॉट ਟਾਂਕੇ ਦੇ ਬਹੁਤ ਵਧੀਆ ਆਈਟਮਸ ਬਣਦੀਆਂ ਨੇ ਔਰ ਇਹ ਕੀ ਹੈ ਸਾਡਾ ਲੂਪ ਸਟਿਚ ਹੁੰਦਾ ਹੈ, ਕਿਉਂਕਿ ਆਪਾਂ ਧਾਗੇ ਨੂੰ ਘੁਮਾ ਕੇ ਪਿੰਨ ਦੇ ਅੱਗੇ ਘੁਮਾ ਕੇ ਕੀ ਹੈ ਆਪਾਂ ਉਹਦੇ ਉੱਪਰ ਟਾਂਕੇ ਪਾ ਕੇ ਬੁਣਾਈ ਕਰਦੇ ਆ, ਵੀਵਿੰਗ ਕਰਦੇ ਆ, ਤਾਂ ਕੀ ਹੈ ਅਸੀਂ ਪਿਕॉट ਸਟਿਚ ਬਣਾਉਂਦੇ ਆ।
ਉਸ ਤੋਂ ਬਾਅਦ ਆ ਜਾਂਦਾ ਨੈਟ ਟਾਂਕਾ। ਹੁਣ ਜਾਲੀ ਟਾਂਕਾ ਕਿੱਦਾਂ ਬਣਦਾ ਹੈ? ਜਾਲੀ ਟਾਂਕਾ ਆਪਾਂ ਬਟਨ ਹੋਲ ਕਰਦੇ ਹੋਏ ਬਣਾਉਂਦੇ ਆ, ਠੀਕ ਹੈ ਨਾ। ਬਟਨ ਹੋਲ ਕਰਦੇ ਆ, ਪਹਿਲਾਂ ਛੋਟਾ ਛੋਟਾ ਬਟਨ ਹੋਲ ਬਣਾਉਣਾ, ਬਰੀਕ ਬਰੀਕ ਛੋਟਾ ਛੋਟਾ ਸਿੰਗਲ ਥ੍ਰੈਡ ਯੂਜ਼ ਕਰਦੇ ਹੋਏ, ਫਿਰ ਉਹਦੇ ਸੈਂਟਰ ਦੇ ਵਿੱਚੋਂ ਕੀ ਹੈ, ਫਿਰ ਉੱਪਰ ਲਾਈਨ ਬਣਾਣੀ ਆ ਔਰ ਬਟਨ ਹੋਲ ਪਾਣਾ ਹੈ। ਏਦਾਂ ਜਦੋਂ ਛੋਟੇ ਛੋਟੇ ਬਟਨ ਹੋਲਸ ਦੀਆਂ ਏਦਾਂ ਲੰਬੀਆਂ ਲੰਬੀਆਂ ਅਸੀਂ ਲਾਈਨਾਂ ਬਣਾ ਦਿੰਦੇ ਆ, ਉਹ ਕੀ ਬਣ ਜਾਂਦਾ? ਸਾਡਾ ਨੈਟ ਸਟਿਚ ਬਣ ਜਾਂਦਾ। ਕਿਉਂਕਿ ਧਾਗੇ ਨੂੰ ਸੂਈ ਦੇ ਅੱਗੇ ਘੁਮਾ ਕੇ ਅਸੀਂ ਬਣਾ ਰਹੇ ਹਾਂ, ਤਾਂ ਕਰਕੇ ਕੀ ਹੈ, ਸਾਡਾ ਲੂਪ ਸਟਿਚ ਹੋ ਜਾਂਦਾ। ਉਸ ਤੋਂ ਬਾਅਦ ਨੈਕਸਟ ਆਉਂਦੇ ਆ ਤੁਹਾਡੇ ਨੋਟ ਸਟਿਚਸ। ਹੁਣ ਨੋਟ ਸਟਿਚਸ ਕੀ ਹੁੰਦੇ ਆ? ਨੋਟ ਸਟਿਚਸ ਤੁਹਾਡੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਗੰਢ ਮਾਰਦੇ ਆ, ਯਾਨੀ ਕਿ ਜੋ ਚੀਜ਼ਾਂ, ਜੋ ਸਟਿਚਸ ਦੇ ਉੱਪਰ ਗੱਠ ਆ ਰਹੀ ਹੈ, ਉਹ ਕੀ ਹੁੰਦੇ ਆ? ਸਾਡੇ ਗੰਢ ਟਾਂਕੇ। ਜਿਵੇਂ ਸਭ ਤੋਂ ਪਹਿਲਾਂ ਫ੍ਰੈਂਚ ਨੋਟ ਸਟਿਚ। ਹੁਣ ਫ੍ਰੈਂਚ ਨੋਟ ਸਟਿਚ ਜਿਹੜਾ ਹੈ, ਉਹ ਸੂਈ ਦੇ ਅੱਗੇ ਏਦਾਂ ਰਾਉਂਡ ਕਰਦੇ ਹੋਏ ਨੀਚੇ ਨੋਟ ਬਣਾਉਂਦੇ ਆ, ਗੱਠ ਬਣਦੀ ਆ, ਉੱਪਰਲੇ ਪਾਸੇ ਗੱਠ ਦਿਖਦੀ ਹੈ ਸਾਨੂੰ, ਉਹ ਕੀ ਹੈ? ਸਾਡਾ ਨੋਟ ਸਟਿਚ। ਉਸ ਤੋਂ ਬਾਅਦ ਨੈਕਸਟ ਆ ਜਾਂਦਾ 4 ਲੈਗ ਨੋਟ ਸਟਿਚ। ਹੁਣ 4 ਲੈਗ ਨੋਟ ਸਟਿਚ ਕੀ ਹੈ? ਜਦੋਂ ਆਪਾਂ ਇੱਕ ਇਧਰ ਨੂੰ ਟਾਂਕਾ ਪਾਉਂਦੇ ਆ, ਜਦੋਂ ਦੂਜਾ ਟਾਂਕਾ 4 ਲੈਗ ਦਾ ਬਣਾਉਣ ਲੱਗਦੇ ਆ, ਜਦੋਂ ਆਪਾਂ ਨੂੰ ਕ੍ਰਾਸ ਕਰਦੇ ਆ ਤਾਂ ਆਪਾਂ ਕੀ ਕਰਦੇ ਆ? ਪਹਿਲੇ ਟਾਂਕੇ ਨੂੰ ਉੱਪਰ ਦੀ ਗੱਠ ਮਾਰਦੇ ਹੋਏ ਟਾਂਕਾ ਬੰਦ ਕਰਦੇ ਆ, ਠੀਕ ਹੈ। ਜਦੋਂ ਦੂਸਰੇ ਟਾਂਕੇ ਨੂੰ ਉੱਪਰ ਦੀ ਗੰਢ ਦੇ ਕੇ ਬੰਦ ਕੀਤਾ ਜਾਂਦਾ, 4 ਲੱਤਾਂ ਬਣਾਈਆਂ ਜਾਂਦੀਆਂ, ਉਹਨੂੰ ਬੋਲਦੇ ਆ 4 ਲੈਗ ਨੋਟ ਸਟਿਚ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਸਾਡਾ ਪਿਸਟਲ ਟਾਂਕਾ। ਹੁਣ ਪਿਸਟਲ ਟਾਂਕਾ ਕੀ ਹੈ? ਪਿਸਟਲ ਟਾਂਕਾ ਹੈਗਾ ਜਦੋਂ ਨੋਟ ਸਟਿਚ ਲੰਬਾ ਟਾਂਕਾ ਭਰਦੇ ਹੋਏ ਅਸੀਂ ਨੋਟ ਸਟਿਚ ਬਣਾ ਕੇ ਉਹਨੂੰ ਬੰਦ ਕਰਦੇ ਆ, ਠੀਕ ਹੈ। ਜਿਵੇਂ ਆਪਾਂ ਨੋਟ ਸਟਿਚ ਜਦੋਂ ਬਣਾਉਂਦੇ ਆਪਾਂ ਕੀ ਕਰਦੇ ਆ? ਉਸੇ ਜਗ੍ਹਾ ਤੇ ਬੰਦ ਕਰਦੇ ਆ, ਬਟ ਇਹਦੇ ਵਿੱਚ ਅਸੀਂ ਕੀ ਕਰਦੇ ਆ? ਲੰਬਾ ਟਾਂਕਾ ਭਰਦੇ ਆ ਔਰ ਅੱਗੇ ਨੋਟ ਬਣਾਉਂਦੇ ਹੋਏ ਟਾਂਕੇ ਨੂੰ ਬੰਦ ਕਰਦੇ ਆ, ਉਹ ਸਾਡਾ ਬਣ ਜਾਂਦਾ ਪਿਸਟਲ ਟਾਂਕਾ, ਯਾਨੀ ਕਿ ਇਹਨੂੰ ਲੌਂਗ ਨੋਟ ਸਟਿਚ ਵੀ ਬੋਲਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ ਬੁਲੀਅਨ ਸਟਿਚ। ਹੁਣ ਬੁਲੀਅਨ ਜੋ ਸਟਿਚ ਹੈ, ਬ੍ਰਾਜ਼ੀਲੀਅਨ ਐਮਬ੍ਰਾਇਡਰੀ ਹੈ, ਠੀਕ ਹੈ, ਬੁਲੀਅਨ ਸਟਿਚ। ਔਰ ਇਹਦੇ ਚ ਕੀ ਕਰਦੇ ਆ? ਕੱਪੜੇ ਦੇ ਵਿੱਚ ਸੂਈ ਪਾ ਕੇ, ਕੱਪੜੇ ਦੇ ਵਿੱਚ ਸੂਈ ਕੱਢ ਕੇ ਕਿੰਨੇ ਸਾਰੇ ਉਹਦੇ ਉੱਪਰ ਕੀ ਆ? ਰਾਉਂਡ ਪਾਉਂਦੇ ਆ, ਕਿੰਨਾ ਸਾਰਾ ਧਾਗਾ ਲਪੇਟ ਦਿੰਦੇ ਆ ਸੂਈ ਦੇ ਉੱਪਰ, ਔਰ ਉਹਨੂੰ ਖਿੱਚ ਕੇ ਕੀ ਹੈ, ਏਦਾਂ ਸੁੰਡੀ ਟਾਈਪ ਬਣਾ ਲੈਂਦੇ ਆ, ਸੁੰਡੀ ਟਾਂਕਾ ਜਿਹਨੂੰ ਬੋਲਦੇ ਆ। ਔਰ ਇਹ ਕੀ ਹੈ? ਫੁੱਲਾਂ ਨੂੰ, ਇਹਦੇ ਬਹੁਤ ਸੋਹਣੇ ਰੋਜ਼ ਦੇ ਫੁੱਲ ਬਣਦੇ ਆ, ਔਰ ਚੀਜ਼ਾਂ ਨੂੰ ਭਰਨ ਵਾਸਤੇ ਕੀ ਹੈ, ਜੋ ਹੈ ਬੁਲੀਅਨ ਟਾਂਕਾ ਯੂਜ਼ ਹੁੰਦਾ ਹੈ, ਠੀਕ ਹੈ। ਔਰ ਇਹ ਕਿਹੜਾ ਟਾਂਕਾ ਆਂਦਾ ਹੈ? ਸਾਡਾ ਨੋਟ ਸਟਿਚ। ਉਸ ਤੋਂ ਬਾਅਦ ਨੈਕਸਟ ਆਂਦਾ ਨੋਟਡ ਡਾਇਮੰਡ। ਹੁਣ ਨੋਟਡ ਡਾਇਮੰਡ ਟਾਂਕਾ ਹੈ, ਕੀ ਹੁੰਦਾ ਇਹਦੇ ਵਿੱਚ? ਡਾਇਮੰਡ ਸਟਿਚ, ਜਿਵੇਂ ਏਦਾਂ ਜ਼ਿਗਜ਼ੈਗਿੰਗ ਕਰਦੇ ਹੋਏ ਡਾਇਮੰਡ ਸਟਿਚ ਬਣਾਉਂਦੇ ਆ, ਔਰ ਉਹਦੇ ਉੱਪਰ ਕੀ ਆ? ਨੋਟ ਬਣਾਉਂਦੇ ਆ, ਉਹਦੇ ਉੱਪਰ ਨੋਟਿੰਗ ਲੱਗਦੀ ਹੈ, ਮਤਲਬ ਗੱਠ ਦੀ ਤਰ੍ਹਾਂ ਬਣਦਾ ਇਹ ਟਾਂਕਾ, ਔਰ ਇਹਨੂੰ ਅਸੀਂ ਬੋਲਦੇ ਆ ਨੋਟਡ ਡਾਇਮੰਡ ਸਟਿਚ, ਕਿਉਂਕਿ ਇਹ ਡਾਇਮੰਡ ਦੀ ਸ਼ੇਪ ਦੇ ਵਿੱਚ ਹੁੰਦਾ ਹੈ, ਠੀਕ ਹੈ। ਔਰ ਇਹ ਸਾਡਾ ਕਿਹੜਾ ਸਟਿਚ ਆਂਦਾ ਹੈ? ਕਿਹਦੇ ਅੰਡਰ ਆਂਦਾ ਹੈ? ਨੋਟ ਸਟਿਚ ਦੇ ਅੰਡਰ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਰਿੰਗ ਨੋਟ। ਰਿੰਗ ਨੋਟ ਸਟਿਚ ਨੋਟ ਸਟਿਚ ਦੀ ਵੇਰੀਏਸ਼ਨ ਹੈ, ਬਸ ਇਹਦਾ ਥੋੜਾ ਟਾਂਕਾ ਲੂਪ ਦੀ ਤਰ੍ਹਾਂ ਰਿੰਗ ਬਣਾਉਂਦਾ ਹੈ ਔਰ ਗੰਢ ਮਾਰਦੇ ਆਪਾਂ, ਠੀਕ ਹੈ, ਗੱਠ ਬਣਾਉਂਦੇ ਆ, ਬਟ ਇੱਕ ਧਾਗਾ ਲੂਪਿੰਗ ਛੱਡਦੇ ਹੋਏ ਦੀ ਕੀ ਆ? ਗੱਠ ਬਣਾਉਂਦੇ ਆ, ਲੂਪ ਬਣਦਾ, ਰਿੰਗ ਬਣਦਾ ਹੈ, ਜਿਸ ਕਰਕੇ ਇਹਨੂੰ ਰਿੰਗ ਨੋਟ ਸਟਿਚ ਬੋਲਿਆ ਜਾਂਦਾ। ਔਰ ਇਹ ਜੋ ਸਟਿਚ ਹੈ ਸਾਡਾ ਕਿਹਦੇ ਅੰਡਰ ਆਂਦਾ ਹੈ? ਇਹ ਆਂਦਾ ਹੈ ਸਾਡਾ ਗੰਢ ਟਾਂਕੇ ਅੰਡਰ। ਉਸ ਤੋਂ ਬਾਅਦ ਨੈਕਸਟ ਹੈ ਡੈਨਿਸ਼ ਨੋਟ ਟਾਂਕਾ। ਡੈਨਿਸ਼ ਨੋਟ ਸਟਿਚ ਕੀ ਹੁੰਦਾ ਹੈ? ਡੈਨਿਸ਼ ਨੋਟ ਸਟਿਚ ਹੁੰਦਾ ਜਦੋਂ ਇੱਕ ਸਿੰਗਲ ਟਾਂਕਾ ਭਰਦੇ ਹੋਏ ਦੂਜੇ ਨੂੰ ਕੀ ਹੈ, ਏਦਾਂ ਗੰਢ ਮਾਰਦੇ ਹੋਏ ਉੱਥੇ ਬੰਦ ਕਰਦੇ ਆ, ਠੀਕ ਹੈ, ਦੂਸਰੇ ਟਾਂਕੇ ਦੇ ਨਾਲ ਉਹਨੂੰ ਗੰਢ ਮਾਰਦੇ ਹੋਏ ਬੰਦ ਕਰਦੇ ਆ, ਯਾਨੀ ਕਿ 3 ਲੱਤਾਂ ਦੇ ਉੱਪਰ ਜਦੋਂ ਆਪਾਂ ਇਹਨੂੰ ਬਣਾਉਂਦੇ ਆ, ਕ੍ਰੀਏਟ ਕਰਦੇ ਆ, 4 ਲੈਗ ਦੇ ਵਿੱਚ ਅਸੀਂ ਸਾਹਮਣੇ ਚਲੇ ਜਾਂਦੇ ਆ, 4 ਲੱਤਾਂ ਬਣਾ ਦਿੰਦੇ ਆ, ਇਹਦੇ ਚ ਕੀ ਆ? ਵਾਪਸ ਉਸੇ ਜਗ੍ਹਾ ਤੇ ਆ ਜਾਂਦੇ ਆ, ਤਾਂ ਉਹ ਸਾਡਾ ਬਣ ਜਾਂਦਾ ਡੈਨਿਸ਼ ਨੋਟ ਟਾਂਕਾ। ਉਸ ਤੋਂ ਬਾਅਦ ਨੈਕਸਟ ਆਂਦਾ ਸਕਰੋਲ ਟਾਂਕਾ। ਹੁਣ ਕੀ ਹੈ? ਸੂਈ ਦੇ ਅੱਗੇ ਧਾਗਾ ਘੁਮਾਉਂਦੇ ਹੋਏ ਸਕਰੋਲ ਕਰ ਰਹੇ ਆ, ਸਕਰੋਲਿੰਗ ਬਣਾ ਰਹੇ ਆ, ਤਾਂ ਇਹ ਕੀ ਹੈ? ਸਾਡਾ ਸਕਰੋਲ ਸਟਿਚ। ਔਰ ਕਿਹਦੇ ਅੰਡਰ ਆ ਜਾਂਦਾ? ਇਹ ਆ ਜਾਂਦਾ ਸਾਡਾ ਲੂਪ ਗੰਢ ਟਾਂਕੇ ਦੇ ਅੰਦਰ, ਕਿਉਂਕਿ ਜੋ ਨੋਟਿੰਗ ਹੈ ਇਹਦੇ ਅੱਗੇ ਜਦੋਂ ਸਕਰੋਲ ਕਰਦੇ ਆ, ਉਹ ਕੀ ਲੁੱਕ ਦਿੰਦੀ ਹੈ ਸਾਨੂੰ? ਨੋਟਿੰਗ ਲੁੱਕ ਦਿੰਦੀ ਹੈ। ਚਾਹੋ ਤਾਂ ਇਹਦੇ ਉੱਪਰ ਗੱਠ ਵੀ ਬਣਾ ਸਕਦੇ ਆ, ਗੰਢ ਟਾਂਕਾ ਵੀ ਬਣਾ ਸਕਦੇ ਆ, ਔਰ ਇਹ ਜੋ ਸਟਿਚ ਆ ਬਹੁਤ ਸੋਹਣਾ ਬਣਦਾ ਹੈ, ਔਰ ਇਹਦੇ ਨਾਲ ਕੀ ਹੈ? ਬਾਰਡਰਸ ਬਣਦੇ ਨੇ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਮਿਰਰ ਵਰਕ। ਹੁਣ ਮਿਰਰ ਵਰਕ ਕਿਹਦੇ ਟਾਂਕਿਆਂ ਨਾਲ ਯੂਜ਼ ਹੁੰਦਾ? ਮਿਰਰ ਵਰਕ ਬਣਦਾ ਹੈ ਚੇਨ ਸਟਿਚ ਨਾਲ, ਬਟਨ ਹੋਲ ਨਾਲ, ਲੇਜ਼ੀ ਡੇਜ਼ੀ ਨਾਲ, ਠੀਕ ਹੈ, ਮਤਲਬ ਕਿ ਸਾਰੇ ਜਿਹੜੇ ਟਾਂਕੇ ਆ ਉਹ ਲੂਪ ਸਟਿਚ ਦੇ ਯੂਜ਼ ਹੋ ਰਹੇ ਆ। ਔਰ ਇਹਦੀ ਜੋ ਵੇਰੀਏਸ਼ਨਸ ਆਂਦੀ ਹੈ ਮਿਰਰ ਵਰਕ ਦੀ, ਇਹ ਕਿਹੜੀ ਹੁੰਦੀ ਹੈ? ਇਹ ਹੁੰਦੀ ਹੈ ਸਾਡੇ ਲੂਪ ਸਟਿਚ ਦੇ ਟਾਂਕੇ ਹੁੰਦੇ ਨੇ, ਕਿਉਂਕਿ ਆਪਾਂ ਇਹਨਾਂ ਨੂੰ, ਬਟ ਜਦੋਂ ਅਸੀਂ ਇਹਦੇ ਆਲੇ ਦੁਆਲੇ ਡਿਜ਼ਾਈਨਿੰਗ ਕਰ ਦਾਂਗੇ, ਨੋਟ ਸਟਿਚ ਦੇ ਟਾਂਕੇ ਪਾਉਂਦੇ ਹੋਏ, ਪਿਕॉट ਸਟਿਚ ਪਾਉਂਦੇ ਹੋਏ ਆਪਾਂ ਇਹਦੀ ਡਿਜ਼ਾਈਨਿੰਗ ਕਰਾਂਗੇ, ਤਾਂ ਉਹਨੂੰ ਆਪਾਂ ਕੀ ਕਰਾਂਗੇ? ਉਹਨੂੰ ਅਸੀਂ ਲਵਾਂਗੇ ਨੋਟ ਸਟਿਚ ਦੇ ਅੰਦਰ, ਪਰ ਜਦੋਂ ਆਪਾਂ ਲੇਜ਼ੀ ਡੇਜ਼ੀ ਪਾਵਾਂਗੇ
ਬਣਾਵਾਂਗੇ ਜਾਂ ਕੋਈ ਮਤਲਬ ਕਿ ਲੂਪ ਟਾਂਕਾ ਯੂਜ਼ ਕਰਦੇ ਹੋਏ ਬਣਾਵਾਂਗੇ ਤਾਂ ਉਹ ਜਿਹੜਾ ਵੇਰੀਏਸ਼ਨ ਆ ਉਹਨੂੰ ਅਸੀਂ ਕਿਹਦੇ ਅੰਡਰ ਲਵਾਂਗੇ, ਲੂਪ ਸਟਿਚ ਦੇ ਅੰਡਰ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ ਆਈਲੈਟ ਹੋਲ ਵਰਕ। ਹੁਣ ਆਈਲੈਟ ਹੋਲ ਵਰਕ ਕੀ ਹੈ? ਆਈਲੈਟ ਜਦੋਂ ਆਪਾਂ ਕਿਸੇ ਹੋਲ ਨੂੰ ਅੰਦਰੋਂ ਦੀ ਬੰਨਣਾ ਹੁੰਦਾ ਤਾਂ ਆਪਾਂ ਕੀ ਯੂਜ਼ ਕਰਦੇ ਆ? ਬਟਨ ਹੋਲ ਸਟਿਚ ਯੂਜ਼ ਕਰਦੇ ਆ, ਹੈ ਨਾ। ਬਟਨ ਹੋਲ ਸਟਿਚ ਯੂਜ਼ ਕਰਦੇ ਆ, ਔਰ ਆਪਾਂ ਫਲੈਟ ਸਟਿਚ ਯੂਜ਼ ਕਰਦੇ ਆ, ਸਾਟਨ ਸਟਿਚ ਵੀ ਯੂਜ਼ ਕਰ ਲੈਂਦੇ ਆ, ਬਟਨ ਹੋਲ ਵੀ ਯੂਜ਼ ਕਰਦੇ ਆ। ਤੇ ਇਹ ਜਿਹੜੀਆਂ ਵੇਰੀਏਸ਼ਨਸ ਹੁੰਦੀਆਂ ਨੇ, ਜਿਸ ਤਰ੍ਹਾਂ ਦਾ ਟਾਂਕਾ ਯੂਜ਼ ਕਰ ਰਹੇ ਆ ਆਪਾਂ ਉਹਨੂੰ ਉਸੇ ਦੇ ਅੰਡਰ ਲੈਂਦੇ ਆ। ਅਗਰ ਤਾਂ ਆਪਾਂ ਸਿੰਪਲ ਫਲੈਟ ਸਟਿਚ ਯੂਜ਼ ਕਰਦੇ ਹੋਏ, ਸਿੰਪਲ ਸਾਟਨ ਸਟਿਚ ਯੂਜ਼ ਕਰਦੇ ਹੋਏ ਹੋਲ ਨੂੰ ਬੰਦ ਕਰਦੇ ਆ ਤਾਂ ਆਪਾਂ ਉਹਨੂੰ ਫਲੈਟ ਦੇ ਅੰਡਰ ਲੈਂਦੇ ਆ। ਬਟ ਜਦੋਂ ਆਈਲੈਟ ਹੋਲ ਨੂੰ ਬਟਨ ਹੋਲ ਦੇ ਨਾਲ ਬੰਦ ਕਰਦੇ ਆ ਤਾਂ ਆਪਾਂ ਉਹਨੂੰ ਕਿਹੜੇ ਟਾਂਕੇ ਅੰਡਰ ਲੈਂਦੇ ਆ? ਉਹਨੂੰ ਅਸੀਂ ਲੂਪ ਸਟਿਚ ਦੇ ਅੰਡਰ ਲੈਂਦੇ ਆ। ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਕ੍ਰਾਸ ਸਟਿਚ। ਹੁਣ ਕ੍ਰਾਸ ਸਟਿਚ ਕੀ ਹੁੰਦਾ? ਕ੍ਰਾਸ ਸਟਿਚ ਹੁੰਦਾ ਹੈ ਸਾਡੇ ਜਿਹੜੇ ਆਪਾਂ ਟਾਂਕਿਆਂ ਨੂੰ ਕ੍ਰਾਸਿੰਗ ਕਰਦੇ ਜਾਂਦੇ ਆ, ਔਰ ਇਹਦੇ ਵਿੱਚ ਕਿਹੜੇ ਟਾਂਕੇ ਆ ਜਾਂਦੇ ਆ? ਹੈਰਿੰਗ ਬੋਨ ਦੇ ਸਾਰੇ ਟਾਂਕੇ ਕੀ ਹੈ ਕ੍ਰਾਸ ਸਟਿਚ ਦੇ ਅੰਦਰ ਆ ਜਾਂਦੇ ਆ। ਸਭ ਤੋਂ ਪਹਿਲਾ ਟਾਂਕਾ ਆਂਦਾ ਆਪਣਾ ਹੈਰਿੰਗ ਬੋਨ, ਜਿਹੜਾ ਕਿ ਆਪਾਂ ਏਦਾਂ ਕੱਟ ਕਰਦੇ ਹੋਏ ਟਾਂਕਿਆਂ ਨੂੰ ਇੱਕ ਦੂਜੇ ਦੇ ਨਾਲ ਕੱਟ ਕਰਦੇ ਹੋਏ ਕੀ ਹੈ ਆਪਾਂ ਇਹ ਟਾਂਕਾ ਬਣਾਉਂਦੇ ਆ। ਔਰ ਕੀ ਹੈ ਇਹਨੂੰ ਹੈਰਿੰਗ ਬੋਨ ਜਿਹਨੂੰ ਅਸੀਂ ਬੋਲਦੇ ਆ, ਨਾਲ ਬੋਲਦੇ ਆ ਮੱਛੀ ਟਾਂਕਾ। ਔਰ ਇਹ ਜਿਹੜੀ ਵੇਰੀਏਸ਼ਨ ਹੈ ਸਾਡੀ ਕ੍ਰਾਸ ਸਟਿਚ ਦੇ ਅੰਦਰ ਆ ਜਾਂਦੀ ਹੈ। ਉਸ ਤੋਂ ਬਾਅਦ ਹੈਗਾ ਡਬਲ ਹੈਰਿੰਗ ਬੋਨ। ਡਬਲ ਹੈਰਿੰਗ ਬੋਨ ਹੁੰਦਾ ਕਿ ਆਪਾਂ ਇਹਦੇ ਵਿੱਚ ਦੋ ਕਲਰ ਦਾ ਇਸਤੇਮਾਲ ਕਰਦੇ ਆ। ਇੱਕ ਵਾਰੀ ਇੱਕ ਕਲਰ ਦਾ ਹੈਰਿੰਗ ਬੋਨ ਪਾਉਂਦੇ ਆ, ਮੱਛੀ ਟਾਂਕਾ ਪਾਉਂਦੇ ਆ, ਦੂਜੀ ਵਾਰ ਦੂਜੇ ਕਲਰ ਦਾ ਮੱਛੀ ਟਾਂਕਾ ਪਾਉਂਦੇ ਆ ਤਾਂ ਕੀ ਹੈ ਉਹ ਸਾਡਾ ਡਬਲ ਹੈਰਿੰਗ ਬੋਨ ਬਣ ਜਾਂਦਾ ਹੈ। ਔਰ ਇਹ ਕੀ ਹੈ ਸਾਡਾ ਕ੍ਰਾਸ ਸਟਿਚ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਕਲੋਜ਼ਡ ਹੈਰਿੰਗ ਬੋਨ। ਹੁਣ ਕਲੋਜ਼ਡ ਹੈਰਿੰਗ ਬੋਨ ਕੀ ਹੈ? ਕਲੋਜ਼ਡ ਹੈਰਿੰਗ ਬੋਨ ਹੁੰਦਾ ਜਦੋਂ ਆਪਾਂ ਕਲੋਜ਼ਲੀ ਹੈਰਿੰਗ ਬੋਨ ਪਾਉਂਦੇ ਆ। ਔਰ ਇਹ ਕਿੱਥੇ ਯੂਜ਼ ਹੁੰਦਾ ਹੈ? ਇਹ ਜ਼ਿਆਦਾਤਰ ਸ਼ੈਡੋ ਵਰਕ ਜਦੋਂ ਆਪਾਂ ਕਰਦੇ ਆ ਉਦੋਂ ਯੂਜ਼ ਹੁੰਦਾ ਹੈ। ਪਿੱਛੇ ਤੋਂ ਬਿਲਕੁਲ ਬੈਕ ਸਟਿਚ ਦੀ ਤਰ੍ਹਾਂ ਨਜ਼ਰ ਆਂਦਾ ਹੈ, ਪਿੱਛੇ ਤੋਂ ਬੈਕ ਸਟਿਚ ਔਰ ਫਰੰਟ ਤੋਂ ਕੀ ਹੈ? ਕਲੋਜ਼ਡ ਹੈਰਿੰਗ ਬੋਨ, ਮਤਲਬ ਕਿ ਨੇੜੇ ਨੇੜੇ ਹੈਰਿੰਗ ਬੋਨ ਟਾਂਕਾ। ਤਾਂ ਇਹ ਜਿਹੜਾ ਹੈ ਸਾਡਾ ਕੀ ਹੋ ਜਾਂਦਾ? ਸਾਡਾ ਕ੍ਰਾਸ ਟਾਂਕਾ ਹੋ ਜਾਂਦਾ ਕਿਉਂਕਿ ਕ੍ਰਾਸ ਹੋ ਰਿਹਾ। ਉਸ ਤੋਂ ਬਾਅਦ ਹੈਗਾ ਡਬਲ ਕ੍ਰਾਸ ਟਾਂਕਾ। ਹੁਣ ਡਬਲ ਕ੍ਰਾਸ ਟਾਂਕਾ ਕੀ ਹੈ? ਕ੍ਰਾਸ ਹੋ ਰਿਹਾ ਟਾਂਕਾ, ਇੱਕ ਦੂਜੇ ਦੇ ਉੱਪਰੋਂ ਦੀ ਕ੍ਰਾਸ ਹੋ ਰਿਹਾ, ਕਾਂਟੀ ਵੱਜ ਰਹੀ ਆ ਉਹਦੀ। ਤੇ ਇਹ ਕੀ ਹੈ? ਡਬਲ ਵਾਰ, ਇੱਕ ਵਾਰ ਪਲੱਸ ਬਣਦਾ, ਇੱਕ ਵਾਰ ਕ੍ਰਾਸ ਬਣਦਾ ਹੈ। ਜਦੋਂ ਆਪਾਂ ਡਬਲ ਸਟਿਚਸ ਦਾ ਯੂਜ਼ ਕਰਦੇ ਆ, ਡਬਲ ਕ੍ਰਾਸ ਟਾਂਕਾ ਯੂਜ਼ ਕਰਦੇ ਆ ਤਾਂ ਉਹ ਕੀ ਹੁੰਦਾ? ਸਾਡਾ ਕ੍ਰਾਸ ਸਟਿਚ। ਉਸ ਤੋਂ ਬਾਅਦ ਨੈਕਸਟ ਆਂਦਾ ਇਟਾਲੀਅਨ ਕ੍ਰਾਸ ਟਾਂਕਾ। ਹੁਣ ਇਟਾਲੀਅਨ ਕ੍ਰਾਸ ਟਾਂਕਾ ਕੀ ਹੈ? ਬਾਕਸ ਬਣਾ ਕੇ, ਠੀਕ ਹੈ, ਉਹਦੇ ਆਲੇ ਦੁਆਲੇ ਬਾਕਸ ਬਣਾ ਕੇ ਸੈਂਟਰ ਕੀ ਹੈ? ਕ੍ਰਾਸ ਪਾਣਾ। ਆਲੇ ਦੁਆਲੇ ਕੀ ਹੈ? ਬਾਕਸਿੰਗ ਕਰਨੀ ਔਰ ਸੈਂਟਰ ਕ੍ਰਾਸ ਬਣਾਣਾ। ਇਹ ਕੀ ਹੈ? ਸਾਡਾ ਇਟਾਲੀਅਨ ਕ੍ਰਾਸ ਟਾਂਕਾ। ਇਹ ਜੋ ਹੈ ਸਾਡਾ ਕ੍ਰਾਸ ਟਾਂਕੇ ਦੇ ਅੰਡਰ ਆਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਟੈਗਡ ਹੈਰਿੰਗ ਬੋਨ। ਹੁਣ ਟੈਗਡ ਹੈਰਿੰਗ ਬੋਨ ਕੀ ਹੈ? ਟੈਗਡ ਹੈਰਿੰਗ ਬੋਨ ਹੈ ਹੈਰਿੰਗ ਬੋਨ ਦਾ ਟਾਂਕਾ ਪਾਉਂਦੇ ਹੋਏ ਉਹਦੇ ਜੋ ਹੈਰਿੰਗ ਬੋਨ ਦੇ ਜਿੱਥੇ ਜੋੜ ਹੁੰਦੇ ਨੇ, ਜਿੱਥੇ ਕ੍ਰਾਸਿੰਗ ਕਰਦੇ ਨੇ, ਉੱਥੇ ਕੀ ਆਪਾਂ ਕ੍ਰਾਸ ਟਾਂਕਾ ਬਣਾ ਦੇਣਾ, ਜਿਹਨੂੰ ਬੋਲਦੇ ਆ ਅਸੀਂ ਟੈਗਡ ਹੈਰਿੰਗ ਬੋਨ ਟਾਂਕਾ। ਔਰ ਇਹ ਕੀ ਹੈ? ਬਾਰਡਰ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਆਂਦਾ ਇੰਟਰਲੈਸਡ ਹੈਰਿੰਗ ਬੋਨ। ਹੁਣ ਇੰਟਰਲੈਸਡ ਹੈਰਿੰਗ ਬੋਨ ਕੀ ਹੈ? ਇਹ ਹੈਗਾ ਸਾਡਾ ਸਿੰਧੀ ਵਰਕ ਦਾ ਕੰਮ। ਜੋ ਆਪਾਂ ਸਿੰਗਲ ਡੱਬੀ ਬਣਾਉਂਦੇ ਆ ਸਿੰਧੀ ਵਰਕ ਦੀ, ਉਹ ਕਿਹਦੇ ਅੰਡਰ ਆਉਂਦੀ ਹੈ? ਕ੍ਰਾਸ ਸਟਿਚ ਦੇ ਅੰਡਰ ਆਉਂਦੀ ਹੈ, ਕਿਉਂਕਿ ਹੈਰਿੰਗ ਬੋਨ ਦਾ ਟਾਂਕਾ ਯੂਜ਼ ਕਰਕੇ ਕੀ ਆ ਉਹਦੇ ਉੱਪਰ ਲੂਪਿੰਗ ਕੀਤੀ ਜਾਂਦੀ ਹੈ। ਇਸ ਕਰਕੇ ਕੀ ਹੈ ਸਾਡਾ ਇੰਟਰਲੈਸਡ ਹੈਰਿੰਗ ਬੋਨ ਟਾਂਕਾ ਔਰ ਹੈਰਿੰਗ ਬੋਨ ਇਹਦੇ ਅੰਡਰ ਆਂਦਾ ਹੈ ਕ੍ਰਾਸ ਸਟਿਚ ਦੇ। ਉਸ ਤੋਂ ਬਾਅਦ ਨੈਕਸਟ ਹੈਗਾ ਇੰਟਰਲੈਸਡ ਹੈਰਿੰਗ ਬੋਨ ਟਾਂਕਾ। ਇੰਟਰਲੈਸਡ ਹੈਰਿੰਗ ਬੋਨ ਟਾਂਕਾ ਜਦੋਂ ਆਪਾਂ ਸਿੰਧੀ ਦੀ ਲੰਬੀ ਡੱਬੀ ਬਣਾਉਂਦੇ ਆ ਹੈਰਿੰਗ ਬੋਨ ਕਰਦੇ ਹੋਏ ਔਰ ਉਸ ਤੋਂ ਬਾਅਦ ਉਹਨੂੰ ਭਰਾਈ ਕਰਦੇ ਆ, ਲੂਪਿੰਗ ਕਰਦੇ ਆ, ਉਹ ਕੀ ਹੈ ਸਾਡਾ ਇੰਟਰਲੈਸਡ ਹੈਰਿੰਗ ਬੋਨ ਟਾਂਕਾ। ਔਰ ਇਹਦੇ ਨਾਲ ਕੀ ਆ ਆਪਾਂ ਲਾਈਨ ਕ੍ਰੀਏਟ ਕਰਦੇ ਆ ਔਰ ਇਹ ਜੋ ਹੈ ਸਾਡਾ ਕ੍ਰਾਸ ਸਟਿਚ ਦਾ ਟਾਂਕਾ ਹੈ। ਇਹ ਸੀਗਾ ਮੇਰਾ ਅੱਜ ਦਾ ਚੈਪਟਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਾ ਪਤਾ ਲੱਗ ਗਿਆ ਹੋਣਾ ਕਿ ਕਿਹੜੇ ਜਿਹੜੇ ਆ ਸਾਡੇ ਫਲੈਟ ਟਾਂਕੇ ਆ, ਕਿਹੜੇ ਲੂਪ ਟਾਂਕੇ ਆ, ਕਿਹੜੇ ਨॉट ਸਟਿਚ ਆ ਔਰ ਕਿਹੜੇ ਸਾਡੇ ਕ੍ਰਾਸ ਸਟਿਚ ਆ। ਠੀਕ ਹੈ। ਹੁਣ ਜੇ ਕਿਸੇ ਦੀ ਕੋਈ ਵੀ ਕੁਐਰੀ ਹੈ, ਕੋਈ ਕੁਐਸਚਨ ਹੈ ਇਹਦੇ ਰਿਗਾਰਡਿੰਗ ਤਾਂ ਉਹ ਮੈਨੂੰ ਪੁੱਛ ਸਕਦਾ ਹੈ ਔਰ ਆਪਣੀ ਸਪੀਕਰ ਔਨ ਕਰਕੇ ਮੇਰੇ ਨਾਲ ਗੱਲ ਕਰ ਸਕਦਾ। ਕਿਸੇ ਦੇ ਕੋਈ ਰਿਗਾਰਡਿੰਗ ਕੁਐਸਚਨ ਹੋਣ ਤਾਂ ਉਹ ਮੈਨੂੰ ਪੁੱਛ ਸਕਦਾ।
ਜਿਹੜੇ ਹੈਂਡ ਰੇਜ਼ ਕਰ ਰਹੇ ਆ ਉਹ ਜਰਾ ਆਪਣਾ ਗੱਲ ਕਰ ਸਕਦੇ ਆ ਮਾਈਕ ਔਨ ਕਰਦੇ ਹੋਏ। हेलो सत श्री अकाल मैम। ਸਤਿ ਸ਼੍ਰੀ ਅਕਾਲ। मैम कोई क्वेश्चन तो नहीं, बस तुहानू थैंक यू बोलना सी। तुहाडा लेक्चर बहुत ज्यादा वधिया है। हर एक मतलब जो वैसे तो सानू मतलब साडे मैम काफी करवाउंदे ही। मैं आईटी मुक्तसर तो बोलदी हां, नक्षत्र मैम दी स्टूडेंट। ठीक है मैम वैसे तो मतलब उन्होंने सानू बहुत नॉलेज दित्ती है, ਜਿਹੜੀ मतलब सानू कुछ टंक हैगे सी जिन्हां बारे नहीं भी पता सी, ਉਹਨਾਂ ਬਾਰੇ ਬਹੁਤ ਕੁਝ ਪਤਾ ਚੱਲਿਆ। ਵੈਸੇ ਵੀ ਤੁਹਾਡਾ ਲੈਕਚਰ ਲਾਉਣ ਦਾ ਤਰੀਕਾ, ਤੁਹਾਡੇ ਦੱਸਣ ਦਾ ਤਰੀਕਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ। ਬਸ ਥੈਂਕ ਯੂ ਬੋਲਣਾ ਚਾਹੁੰਦੀ ਸੀ ਜੀ। ਓਕੇ ਥੈਂਕ ਯੂ ਬੱਚੇ। ਹੋਰ ਵੀ ਪਾਰਟਿਸਿਪੈਂਟ ਰੇਜ਼ ਹੈਂਡ ਕਰ ਰਹੇ ਸੀ, ਉਹ ਆਪਣਾ ਕੁਐਸਚਨ ਕਰ ਸਕਦੇ ਆ। ਵਿੱਚ ਕਾਫੀ ਬੱਚਿਆਂ ਦੇ ਰੇਜ਼ ਹੈਂਡ ਹੋ ਰਹੇ ਸੀਗੇ, ਉਹ ਆਪਣਾ ਹੁਣ ਕੁਐਸਚਨ ਕਰੋ। अपना माइक ऑन करके अपना क्वेश्चन कर सकते हो। बच्चे जो रेज हैंड कर रहे हैं अपना माइक ऑन करके क्वेश्चन करो। ਪੈਕਨਿਸਟ ਸਟਿਚ ਹੁੰਦਾ ਹੈ ਜਦੋਂ ਆਪਾਂ ਚੇਨ ਸਟਿਚ ਨੂੰ ਯੂਜ਼ ਕਰਦੇ ਹੋਏ, ਕਿਉਂਕਿ ਇੱਕ ਬੱਚਾ ਪੁੱਛ ਰਿਹਾ ਪੈਕਨਿਸਟ ਸਟਿਚ ਕੀ ਹੁੰਦਾ। ਚੇਨ ਸਟਿਚ ਯੂਜ਼ ਕਰਦੇ ਹੋਏ ਜਦੋਂ ਆਪਾਂ ਉਹਨੂੰ ਲੂਪਿੰਗ ਕਰਦੇ ਆ ਉਹ ਸਾਡਾ ਕੀ ਬਣ ਜਾਂਦਾ, ਪੈਕਨਿਸਟ। ਨਵਜੋਤ ਕੌਰ ਐਂਡ ਸੁਮਨਦੀਪ ਕੌਰ ਨੇ हैंड रेज ਕੀਤਾ, ਪਲੀਜ਼ ਆਪਣਾ ਮਾਈਕ ਔਨ ਕਰਕੇ ਕੁਐਸਚਨਿੰਗ ਕਰੋ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਮੈਡਮ ਤੁਹਾਡੀ ਕਲਾਸ ਅੱਜ ਬਹੁਤ ਵਧੀਆ ਸੀ, ਬਹੁਤ ਵਧੀਆ ਲੱਗਾ ਇੰਨੇ ਸਾਰੇ ਸਟਿਚ ਬਾਰੇ ਜਾਣਕਾਰੀ ਲੈ ਕੇ। ਤੇ ਮੈਮ ਮੈਂ ਪੁੱਛਣਾ ਸੀ ਵੀ ਜਿਹੜਾ ਵਰਡ ਐਮਬਰਾਇਡਰੀ ਤੁਸੀਂ ਦੱਸਿਆ ਡੇ ਮਨਾਇਆ ਜਾਂਦਾ 30 ਜੁਲਾਈ ਨੂੰ, ਇਹਦੇ ਬਾਰੇ ਥੋੜਾ ਜਿਹਾ ਸੰਖੇਪ ਚ ਦੱਸੋਗੇ ਵੀ ਕਦੋਂ ਤੋਂ ਮਨਾਇਆ ਜਾਂ ਕਿਵੇਂ ਸਟਾਰਟ ਹੋਇਆ? ਇਹ ਦੇਖੋ ਹੁਣ ਇੰਨੀ ਹਿਸਟਰੀ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਦੋਂ ਤੋਂ ਮਨਾਇਆ ਜਾਂਦਾ, ਬਟ ਮੈਨੂੰ ਜਿੰਨਾ ਪਤਾ ਸੀ ਉਹ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਦਿੱਤੀ ਹੈ ਕਿ ਜੋ ਮੈਨੂੰ ਨੌਲੇਜ ਸੀਗੀ। ਠੀਕ ਹੈ, ਹੁਣ ਤੁਸੀਂ ਇੰਨਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਂਜੀ ਸਾਡਾ ਐਮਬਰਾਇਡਰੀ ਕਰ ਰਹੇ ਆ ਔਰ ਅਸੀਂ ਐਮਬਰਾਇਡਰੀ ਜਦੋਂ ਕਰ ਰਹੇ ਆ ਤੇ ਡੇ ਕਦੋਂ ਮਨਾਇਆ ਜਾਂਦਾ, ਇੰਨੀ ਨੌਲੇਜ ਤਾਂ ਆਪਣੇ ਕੋਲ ਹੋਣੀ ਚਾਹੀਦੀ ਹੈ। सुनीता देवी और कोमलप्रीत कौर ने हैंड रेज किया, वो जरा अपना क्वेश्चन कर सकते हैं। माइक ऑन करो अपना। सत श्री अकाल मैम। सत श्री अकाल मैम ਜਿਹੜਾ ਮੈਜਿਕ ਚੇਨ ਸਟਿਚ ਦੱਸਿਆ ਮੈਮ ਉਹਦੀ ਸਮਝ ਨਹੀਂ ਆਈ ਕਿ ਦੋ ਧਾਗੇ ਇਕੱਠੇ ਪਾਣੇ ਆ ਕਿਸ ਤਰ੍ਹਾਂ? ਹਾਂ, ਇੱਕ ਸੂਈ ਦੇ ਵਿੱਚ ਦੋ ਥ੍ਰੈਡਸ ਹਮੇਸ਼ਾ ਇਕੱਠੇ ਪਾਏ ਜਾਂਦੇ ਨੇ ਔਰ ਕੀ ਹੁੰਦਾ ਉਹਦੇ ਵਿੱਚ ਪਹਿਲਾਂ ਇੱਕ ਸਟਿਚ ਦਾ ਜਿਹੜਾ ਹੈ ਚੇਨ ਬਣਾਈ ਜਾਂਦੀ ਹੈ ਔਰ ਦੂਸਰੇ ਥ੍ਰੈਡ ਨੂੰ ਫਲੈਟਲੀ ਖਿੱਚ ਲਿਆ ਜਾਂਦਾ, ਮਤਲਬ ਕਿ ਟਾਈਟਲੀ ਖਿੱਚ ਲਿਆ ਜਾਂਦਾ। ਫਿਰ ਜਦੋਂ ਦੂਜੀ ਚੇਨ ਬਣਾਉਂਦੇ ਆ ਆਪਾਂ ਕੀ ਕਰਦੇ ਆ, ਉਹਦੇ ਵਿੱਚ ਦੂਸਰਾ ਥ੍ਰੈਡ ਪਾਉਂਦੇ ਆ, ਜੋ ਪਹਿਲਾਂ ਪਾਇਆ ਹੁੰਦਾ ਉਹਨੂੰ ਛੱਡ ਦਿੰਦੇ ਆ, ਉਹਨੂੰ ਉਦਾਂ ਹੀ ਐਜ਼ ਇਟ ਇਜ਼ ਛੱਡ ਦੇਣਾ, ਦੂਸਰਾ ਚੇਨ ਸਟਿਚ ਪਾਣੀ ਆ ਔਰ ਤੁਸੀਂ ਬਣਾ ਕੇ ਦੇਖਿਓ ਤੁਹਾਡੇ ਕੋਲ ਟਾਂਕਾ ਬਣ ਜਾਏਗਾ ਔਰ ਬਹੁਤ ਵਧੀਆ ਟਾਂਕਾ ਲੱਗਦਾ ਹੈ ਔਰ ਇਹ ਮੈਜਿਕ ਚੇਨ ਸਟਿਚ ਬਣ ਜਾਂਦਾ। ਹੋਰ ਬੱਚਿਆਂ ਦੇ हैंड रेज हो रहे हैं, जल्दी करो क्योंकि फिर टाइम ओवर हो जाएगा। अपना माइक ऑन करो और कर लो। रजनी कौर और कोमलप्रीत कौर अपना माइक ऑन करो और करो गल जो करनी है। रजनी कौर और कोमलप्रीत कौर। ਕੋਚਿੰਗ ਦੀ ਵੈਰੀਏਸ਼ਨਸ ਹੋਰ ਬਹੁਤ ਹੋ ਸਕਦੀਆਂ ਨੇ। ਕੋਚਿੰਗ ਜੋ ਆਪਾਂ ਯੂਜ਼ ਕਰ ਸਕਦੇ ਆ, ਕਿਉਂਕਿ ਇੱਕ ਬੱਚਾ ਕੁਐਸਚਨ ਕਰ ਰਿਹਾ ਮੈਡਮ ਕੋਚਿੰਗ ਦੀ ਹੋਰ ਵੈਰੀਏਸ਼ਨਸ, ਤਾਂ ਕੋਚਿੰਗ ਆਪਾਂ ਇੱਕ ਤਾਂ ਥ੍ਰੈਡ ਯੂਜ਼ ਕਰਦੇ ਆ ਕੋਚਿੰਗ ਵਾਸਤੇ, ਠੀਕ ਹੈ, ਜਿਹਨੂੰ ਬੋਲਦੇ ਆ ਡੋਰੀ। ਅਗਰ ਨਹੀਂ ਤਾਂ ਆਪਾਂ ਕੋਚਿੰਗ ਦੀ ਵੈਰੀਏਸ਼ਨਸ ਯੂਜ਼ ਕਰ ਸਕਦੇ ਆ ਚੇਨ ਸਟਿਚ ਬਣਾ ਕੇ। ਚੇਨ ਸਟਿਚ ਦੀ ਲਾਈਨ ਬਣਾ ਕੇ ਉਹਦੇ ਉੱਪਰ ਕੀ ਆ ਆਪਾਂ ਕੋਚਿੰਗ ਕਰਦੇ ਜਾਣਾ, ਚੇਨ ਸਟਿਚ ਦੀ ਕੋਚਿੰਗ ਕਰਦੇ ਜਾਣਾ। ਇਹ ਜੋ ਹੈ ਵੈਰੀਏਸ਼ਨ ਹੋਰ ਇੱਕ ਉਹਦੇ ਉੱਪਰ ਬਣ ਸਕਦੀ ਹੈ ਕੋਚਿੰਗ ਦੇ ਉੱਪਰ। ਜਿਹੜਾ ਬੱਚਾ ਮੈਨੂੰ ਕੁਐਸਚਨ ਕਰ ਰਿਹਾ ਸੀ ਗਾਇਤਰੀ, ਇਹ ਉਹਦਾ ਆਨਸਰ ਹੈ ਕਿ ਕੋਚਿੰਗ ਦੀ ਵੈਰੀਏਸ਼ਨ ਆਪਾਂ ਚੇਨ ਸਟਿਚ ਉੱਪਰ ਵੀ ਬਣਾ ਸਕਦੇ ਹਾਂ। ਕੋਮਲਪ੍ਰੀਤ हैंड रेज कर रही है। कोमलप्रीत अपना क्वेश्चन करो। कोमलप्रीत अपना क्वेश्चन करो, माइक ऑन करो। अनम्यूट अपने आप ਨੂੰ खुद करो
ਕਿਉਂਕਿ ਹੁਣ ਤੁਹਾਡੀ ਸੈਟਿੰਗ ਨਹੀਂ ਹੈਗੀ ਇਹੋ ਜੀ, ਤੁਸੀਂ ਆਪਣੇ ਆਪ ਨੂੰ ਖੁਦ ਅਨਮਿਊਟ ਕਰ ਸਕਦੇ ਹੋ। ਮੈਡ ਇਨ ਹੇਅਰ ਜੋ ਸਟਿਚ ਹੈ ਉਹ ਬਟਨ ਹੋਲ ਦੇ ਨਾਲ ਪੈਂਦਾ, ਠੀਕ ਹੈ। ਮੈਡ ਇਨ ਹੇਅਰ ਸਟਿਚ ਬਟਨ ਹੋਲ ਦਾ ਟਾਂਕਾ, ਬਟ ਕੀ ਆ ਉਹਦੇ ਵਿੱਚ ਟਾਂਕੇ ਦੇ ਜੋ ਬਟਨ ਹੋਲ ਸਟਿਚਸ ਆ ਛੋਟੇ ਵੱਡੇ ਲਏ ਜਾਂਦੇ ਆ। ਇੱਕ ਵਾਰੀ ਇੱਕ ਸਾਈਡ ਨੂੰ ਲਏ ਜਾਂਦੇ ਆ, ਦੂਸਰੀ ਵਾਰੀ ਦੂਸਰੀ ਸਾਈਡ ਨੂੰ ਲਏ ਜਾਂਦੇ ਆ, ਉਹ ਸਾਡਾ ਮੇਡ ਇਨ ਹੇਅਰ ਸਟਿਚ ਬਣ ਜਾਂਦਾ। ਅਗਰ ਤੁਹਾਨੂੰ ਨਹੀਂ ਵੀ ਸਮਝ ਆਉਂਦੀ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਬਾਅਦ ਚ, ਤੇ ਤੁਸੀਂ ਮੇਰਾ ਫੋਨ ਨੰਬਰ ਨੋਟ ਕਰ ਲਓ 9592501121। ਮੈਨੂੰ ਤੁਸੀਂ ਮੈਸੇਜ ਕਰਨਾ, ਮੈਂ ਉਹਦੇ ਵਿੱਚ ਤੁਹਾਨੂੰ ਦੱਸ ਦੂੰਗੀ ਕਿ ਮੇਡ ਇਨ ਹੇਅਰ ਸਟਿਚ ਜਾਂ ਜਿਹੜੀ ਸਟਿਚਸ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਉਹਦੇ ਲਈ, ਔਰ ਮੈਂ ਤੁਹਾਨੂੰ ਉਹਦੇ ਵਿੱਚ ਦੱਸ ਸਕਦੀ ਹਾਂ। ਇੱਕ ਹੋਰ ਪਾਰਟਿਸਿਪੈਂਟ ਹੈਂਡ ਰੇਜ਼ ਕਰ ਰਿਹਾ ਸੀ, ਪਲੀਜ਼ ਆਪਣਾ ਕੁਐਸਚਨ ਕਰੋ। ਕੋਮਲਪ੍ਰੀਤ ਕਾਫੀ ਦੇਰ ਤੋਂ हैंड रेज कर रही है, अपना माइक ऑन करो और क्वेश्चन कर लो। संजू जैन। हेलो एक्सक्यूज मी मैम, मैम जो पाइकॉट स्टिच है, पाइकॉट स्टिच है वो मैम पिन जो आप लगाते थे वो पिन बाद में निकाल देते हैं उसमें से? निकाल देनी ਜਦੋਂ ਪੂਰਾ ਵੀਵਿੰਗ ਹੋ ਜਾਂਦੀ ਆ ਉਹ ਪਿਨ ਨੂੰ ਬਾਹਰ ਕੱਢ ਦਿੰਦੇ ਆ ਔਰ ਉਹ ਪੱਤਾ ਜੋ ਹੈ ਬਣ ਜਾਂਦਾ ਬਹੁਤ ਪਿਆਰਾ। थैंक यू मैम, थैंक यू मैम। संजू जैन अपना हैंड रेज कर रहे हो, अपना क्वेश्चन कर सकता संजू जैन। मैम मैं संजू जैन हूँ, पूछ लिया जी, थैंक यू। ठीक है, साडा हैंड रेज आ रहा सी। सत श्री अकाल मैम जी। सत श्री अकाल मैम, ਜਿਹੜੇ ਤੁਸੀਂ ਪਹਿਲੇ ਤਿੰਨ ਦੱਸੇ ਕਿ ਉਹ ਮੈਨੂੰ ਦੁਬਾਰਾ ਐਕਸਪਲੇਨ ਕਰੋਗੇ ਜਿਹੜੇ ਪਹਿਲੇ ਤਿੰਨ ਦੱਸੇ? हेलो, ਤੁਹਾਡੀ ਆਵਾਜ਼ ਬਹੁਤ ਟੁੱਟ ਕੇ ਆ ਰਹੀ ਹੈ, ਤੁਸੀਂ ਕੀ ਪੁੱਛ ਰਹੇ ਹੋ? ਜੋ ਪਹਿਲੇ ਤਿੰਨ ਸਟਿਚ ਦੱਸੇ ਮੈਮ ਉਹ ਦੁਬਾਰਾ ਐਕਸਪਲੇਨ ਕਰੋਗੇ? ਪਹਿਲੇ ਤਿੰਨ ਸਟਿਚ ਹੁਣ ਏਦਾਂ ਤਾਂ ਮੈਨੂੰ ਯਾਦ ਨਹੀਂ ਕਿ ਸਲਾਈਡ ਵਿੱਚ ਕਿਹੜੇ ਪਹਿਲੇ ਤਿੰਨ ਸਟਿਚ ਸੀਗੇ। ਪਹਿਲੇ ਤਿੰਨ ਸਟਿਚਸ ਮੇਰੇ ਖਿਆਲ ਚ ਫਲੈਟ ਸਟਿਚਸ ਸੀਗੇ, ਬੇਸਿਕ ਸਟਿਚਸ ਸੀਗੇ। ਹਾਂਜੀ ਹਾਂਜੀ, ਉਹ ਮੈਂ ਤੁਹਾਨੂੰ ਦੱਸਦੀ ਹਾਂ, 1 ਮਿੰਟ ਰੁਕੋ। ਪਹਿਲਾ ਤਾਂ ਤੁਹਾਡਾ ਸੀਗਾ ਰਨਿੰਗ ਸਟਿਚ ਸੀਗਾ ਜੋ ਤੁਸੀਂ ਯੂਜ਼ ਕਰਦੇ ਹੋ, ਠੀਕ ਹੈ, ਰਨਿੰਗ ਸਟਿਚ। ਔਰ ਸੈਕਿੰਡ ਤੁਹਾਡਾ ਸੀਗਾ ਬੈਕ ਸਟਿਚ ਜਿਹੜਾ ਤੁਸੀਂ ਬਖਿਆ ਟਾਂਕਾ ਯੂਜ਼ ਕਰਦੇ ਹੋ ਕੰਮ ਕਰਦੇ ਵਕਤ। ਥਰਡ ਸੀਗਾ ਤੁਹਾਡਾ ਸਟੇਟ ਸਟਿਚ ਜਿਹੜਾ ਤੁਸੀਂ ਸਟੇਟ ਟਾਂਕਾ ਯੂਜ਼ ਕਰਦੇ ਹੋਏ ਕੋਈ ਵੀ ਪੈਟਰਨ ਜਾਂ ਕੁਝ ਵੀ ਕ੍ਰੀਏਟ ਕਰਦੇ ਹੋ, ਉਹ ਸੀਗੇ ਤੁਹਾਡੇ ਪਹਿਲੇ ਤਿੰਨ। ਹੈਲੋ, ਕਿਸੇ ਦੇ ਹੋਰ ਦੇ ਬੱਚੇ ਹੈਂਡ ਰੇਜ਼ ਕਰਦੇ ਆ, ਉਹ ਆਪਣਾ ਸਪੀਕਰ ਔਨ ਕਰੋ ਔਰ ਆਪਣਾ ਕੁਐਸਚਨ ਕਰ ਸਕਦੇ ਆ। ਜੇ ਕੋਈ ਉਹਨਾਂ ਨੂੰ ਸਟਿਚ ਸਮਝ ਨਹੀਂ ਆਉਂਦੀ ਜਾਂ ਕੁਝ ਨਹੀਂ ਪਤਾ ਲੱਗਦਾ, ਉਹ ਮੇਰਾ ਨੰਬਰ ਨੋਟ ਕਰ ਲਓ, ਮੈਨੂੰ ਉਹਦੇ ਤੇ ਮੈਸੇਜ ਕਰ ਸਕਦੇ ਹੋ, ਮੈਂ ਤੁਹਾਨੂੰ ਉਹਦੇ ਤੇ ਵਧੀਆ ਦੱਸ ਸਕਦੀ ਹਾਂ ਕਿ ਕਿਸ ਤਰ੍ਹਾਂ ਸਟਿਚ ਪਾਉਂਦੇ ਆ। ਮੈਡਮ ਆਪਾਂ ਨੂੰ ਹੁਣ ਮੀਟਿੰਗ ਐਂਡ ਕਰਨੀ ਪਏਗੀ। ਹਾਂਜੀ ਸਰ, ਠੀਕ ਹੈ ਸਰ।